ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਭੈਰੋ ਮਹੱਲਾ ਪੰਜਵਾ। ਤੇਰੀ ਟੇਕ ਰਹਾ ਕਲ ਪਾਏ, ਤੇਰੀ ਟੇਕ ਤੇਰੇ ਗੁਣ ਗਾਹੇ। ਤੇਰੀ ਟੇਕ ਨਾ ਕੋਹੈ ਕਾਲ, ਤੇਰੀ ਟੇਕ ਬਿਨਸੈ ਜੰਜਾਲ। ਤੇਰੀ ਟੇਕ ਰਹਾ ਕਲ ਮਾਹੇ, ਤੇਰੀ ਟੇਕ ਤੇਰੇ ਗੁਣ ਗਾਹੇ। ਤੇਰੀ ਟੇਕ ਨਾ ਕੋਹੈ ਕਾਲ, ਤੇਰੀ ਟੇਕ ਬਿਨਸੈ ਜੰਜਾਲ। ਦੀਨ ਦੁਨੀਆ ਤੇਰੀ ਟੇਕ, ਸਭ ਮਹਿ ਰਵਿਆ ਸਾਹਿਬ ਏਕ। ਰਹਾਉ ਤੇਰੀ ਟੇਕ ਕਰੋ ਆਨੰਦ, ਤੇਰੀ ਟੇਕ ਜਪੋ ਗੁਰਮੰਤ। ਤੇਰੀ ਟੇਕ ਤਰੀਐ ਭਉ ਸਾਗਰ, ਰਾਖਣ ਹਾਰ ਪੂਰਾ ਸੁਖ ਸਾਗਰ। ਤੇਰੀ ਟੇਕ ਨਾਹੀ ਭਉ ਕੋਏ, ਅੰਤਰਜਾਮੀ ਸਾਜਾ ਸੋਏ। ਤੇਰੀ ਟੇਕ ਤੇਰਾ ਮਨ ਤਾਣ, ਈਹਾਂ ਊਹਾਂ ਤੂੰ ਦੀਵਾਨ। ਤੇਰੀ ਟੇਕ ਤੇਰਾ ਪਰਵਾਸਾ, ਸਗਲ ਧਿਆਵੈ ਪ੍ਰਭ ਗੁਣ ਤਾਸਾ। ਜਪ ਜਪ ਆਨੰਦ ਕਰੇ ਤੇਰੇ ਦਾਸਾ, ਸਿਮਰ ਨਾਨਕ ਸਾਚੇ ਗੁਣ ਤਾਸਾ। ਜਪ ਜਪ ਆਨੰਦ ਕਰੇ ਤੇਰੇ ਦਾਸਾ, ਸਿਮਰ ਨਾਨਕ ਸਾਚੇ ਗੁਣ ਤਾਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਸਾਂ ਪਾਤਸ਼ਾਹੀਆਂ ਦੀ ਜੋਤ, ਤਖਤ ਚੌਰ ਛਤਰ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜਗਤ ਗੁਰੂ ਜਾਹਰ ਪੀਰ ਜਗਤ ਗੁਰ ਬਾਬਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੇ ਮਹਾਨ ਪਾਵਨ ਅਸਥਾਨ ਸੱਚਖੰਡ ਦਰਬਾਰ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਤੋਂ ਸਾਜ ਰਹੇ ਸੁੰਦਰ ਦੀਵਾਨ ਦੀ ਹਾਜ਼ਰੀ ਭਰ ਰਹੀ ਸਤਿਗੁਰਾਂ ਦੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀਓ, ਮਹਾਰਾਜ ਸਾਹਿਬ ਜੀ ਨੇ ਕਿਰਪਾ ਕੀਤੀ ਹੈ, ਆਪਣੇ ਅੰਮ੍ਰਿਤਮਈ ਦਰਸ਼ਨ ਬਖਸ਼ਿਸ਼ ਕੀਤੇ ਔਰ ਅੰਮ੍ਰਿਤ ਵੇਲੇ ਤੋਂ ਸਤਿਗੁਰੂ ਜੀ ਦੇ ਪਾਵਨ ਦਰਬਾਰ ਦੀ ਮਰਿਆਦਾ ਅਨੁਸਾਰ ਪੰਜ ਬਾਣੀਆਂ ਦਾ ਨਿਤਨੇਮ ਹੋਇਆ। ਉਪਰੰਤ ਆਸਾ ਕੀ ਵਾਰ ਦਾ ਸੰਪੂਰਨ ਕੀਰਤਨ ਹੋਇਆ। ਸਾਧ ਸੰਗਤ ਜੀ, ਅੱਜ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਜੋਤੀ ਜੋਤ ਸਮਾਉਣ ਦਾ ਗੁਰਪੁਰਬ ਹੈ। ਅੱਜ ਦੇ ਦਿਨ
ਅੱਜ ਤੋਂ 484 ਸਾਲ ਪਹਿਲਾਂ ਵਿਕਰਮੀ ਸੰਮਤ 1596 ਅੱਸੂ ਵਦੀ ਦਸਵੀਂ, ਅੱਜ ਅੱਸੂ ਵਦੀ ਦਸਵੀਂ ਦਾ ਦਿਨ ਹੈ। ਅੱਸੂ ਵਦੀ ਦਸਵੀਂ ਹੁੰਦੀ ਹੈ ਅੱਸੂ ਮਹੀਨੇ ਦੀ ਪੂਰਨਮਾਸ਼ੀ ਤੋਂ ਬਾਅਦ ਵਿੱਚ 10ਵਾਂ ਦਿਨ। ਅੱਸੂ ਮਹੀਨੇ ਦੀ ਪੁੰਨਿਆਂ ਤੋਂ ਅਗਲੇ ਦਿਨ ਵਦੀ ਏਕਮ ਹੁੰਦੀ ਹੈ। ਇਸੇ ਤਰ੍ਹਾਂ ਦੂਜ, ਤੀਜ ਤੇ ਫਿਰ 10ਵੇਂ ਦਿਨ ਅੱਸੂ ਵਦੀ ਦਸਵੀਂ। ਅੱਸੂ ਵਦੀ ਦਸਵੀਂ ਔਰ ਈਸਵੀ ਸਨ 1539 ਨੂੰ ਅੱਜ ਦੇ ਦਿਨ, ਅੱਜ ਤੋਂ 484 ਸਾਲ ਪਹਿਲਾਂ ਸ੍ਰੀ ਕਰਤਾਰਪੁਰ ਸਾਹਿਬ ਦੇ ਵਿੱਚ ਜਗਤ ਗੁਰੂ ਜੀ ਨੇ ਜੋਤੀ ਜੋਤ ਸਮਾਉਣਾ ਕੀਤਾ। ਮਹਾਰਾਜ ਸਾਹਿਬ ਜੀ ਨੇ ਸਣਦੇਹੀ ਸੱਚਖੰਡ ਬਿਆਨਾ ਕੀਤਾ। ਗਰੀਬ ਨਵਾਜ਼ ਸਤਿਗੁਰੂ, ਜਿਨ੍ਹਾਂ ਸਤਿਗੁਰਾਂ ਨੇ ਸਭ ਸੰਸਾਰ ਨੂੰ ਨਾਮ ਬਾਣੀ ਦੇ ਨਾਲ ਜੋੜਿਆ, ਆਪ ਪਰਮੇਸ਼ਰ ਦਾ ਸਰਗੁਣ ਸਰੂਪ, ਆਦ ਨਿਰੰਜਨ ਹੈ ਗੁਰੂ ਨਾਨਕ, ਧਾਰ ਕੈ ਮੂਰਤ ਹੈ ਜਗ ਆਇਓ, ਲੋਕ ਸੁਣਿਓ ਪਰਲੋਕ ਸੁਣਿਓ, ਵਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ, ਸੰਗਤ ਪਾਰਿਓ ਤਾਰਨ ਕਉ, ਗੁਰੂ ਨਾਨਕ ਸਾਹਿਬ ਪੰਥ ਚਲਾਇਓ, ਵਾਹਿਗੁਰੂ ਗੁਰੂ ਨਾਨਕ ਸਾਹਿਬ, ਧਾਰ ਕੈ ਮੂਰਤ ਹੈ ਜਗ ਆਇਓ। ਪਰਮੇਸ਼ਰ ਨੇ ਆਪ ਨਿਰਗੁਣ ਤੋਂ ਸਰਗੁਣ ਹੋ ਕੇ, ਨਿਰਗੁਣ ਆਪ ਸਰਗੁਣ ਪੀਓ ਹੀ, ਕਲਾ ਧਾਰ ਜਿਨ ਸਗਲੀ ਮੋਹੀ, ਤੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਰੂਪ ਧਾਰਨ ਕੀਤਾ ਔਰ ਸਾਰੇ ਸੰਸਾਰ ਵਿੱਚ ਵਿਚਰ ਕੇ ਸੰਸਾਰ ਨੂੰ ਨਾਮ ਨਾਲ ਜੋੜਿਆ, ਬਾਣੀ ਨਾਲ ਜੋੜਿਆ, ਸਤ ਸੰਗਤ ਕਾਇਮ ਕੀਤੀ। ਜਗਤ ਗੁਰੂ ਜੀ ਨੇ 70 ਸਾਲ ਔਰ ਕੁਝ ਮਹੀਨੇ ਸਾਧ ਸੰਗਤ ਜੀ ਸੰਸਾਰ ਵਿੱਚ ਵਿਚਰ ਕੇ ਸੰਸਾਰ ਨੂੰ ਉਪਦੇਸ਼ ਦਿੱਤਾ, ਕਿਉਂਕਿ 1526 ਵਿਕਰਮੀ ਸੰਮਤ ਕੱਤਕ ਮਹੀਨੇ ਦੀ ਪੂਰਨਮਾਸ਼ੀ ਈਸਵੀ ਸਨ 1469 ਨਵੰਬਰ ਦੇ ਮਹੀਨੇ ਜਗਤ ਗੁਰੂ ਜੀ ਦਾ ਪ੍ਰਕਾਸ਼ ਹੋਇਆ। ਰਾਏ ਭੋਏ ਦੀ ਤਲਵੰਡੀ, ਸਤਿਕਾਰਯੋਗ ਧੰਨ ਧੰਨ ਪਿਤਾ ਮਹਿਤਾ ਕਲਿਆਣ ਚੰਦ ਜੀ, ਧੰਨ ਧੰਨ ਮਾਤਾ ਤ੍ਰਿਪਤਾ ਜੀ ਬੇਦੀ ਵੰਸ਼ ਦੇ ਵਿੱਚ, ਔਰ ਜਿਸ ਰਾਏ ਭੋਏ ਦੀ ਤਲਵੰਡੀ ਨੂੰ ਆਪਾਂ ਅੱਜ ਕੱਲ੍ਹ ਸ੍ਰੀ ਨਨਕਾਣਾ ਸਾਹਿਬ ਦੇ ਨਾਮ ਨਾਲ ਜਾਣਦੇ। ਬਚਪਨ ਦੇ 15 ਸਾਲ ਮਹਾਰਾਜ ਸਾਹਿਬ ਜੀ ਨੇ ਸ੍ਰੀ ਨਨਕਾਣਾ ਸਾਹਿਬ ਦੀ ਧਰਤੀ ਤੇ ਬਤੀਤ ਕੀਤੇ। 1526 ਤੋਂ ਲੈ ਕੇ 1541 ਤੱਕ ਤੇ 15 ਸਾਲ ਦੀ ਸਰੀਰ ਕਾਰਬਲਾ ਦੇ ਵਿੱਚ ਜਗਤ ਗੁਰੂ ਜੀ ਇਸ ਨਗਰੀ ਦੇ ਵਿੱਚ ਆਏ, ਸੁਲਤਾਨਪੁਰ ਲੋਧੀ ਦੀ ਧਰਤੀ ਤੇ 1541 ਵਿਕਰਮੀ ਸੰਮਤ ਵਿੱਚ ਮਹਾਰਾਜ ਸਾਹਿਬ ਜੀ ਆਉਂਦੇ ਹਨ। 15 ਸਾਲ ਦੀ ਸਰੀਰ ਕਾਰਬਲਾ ਦੇ ਵਿੱਚ, ਕਿਉਂਕਿ ਇੱਥੇ ਜਗਤ ਗੁਰੂ ਜੀ ਦੇ ਸਤਿਕਾਰਯੋਗ ਵੱਡੇ ਭੈਣ ਜੀ ਧੰਨ ਧੰਨ ਬੇਬੇ ਨਾਨਕੀ ਜੀ, ਜੋ ਸਤਿਗੁਰੂ ਜੀ ਦੇ ਨਾਲੋਂ ਸਰੀਰਕ ਉਮਰ ਦੇ ਵਿੱਚ 5 ਸਾਲ ਵੱਡੇ ਸਨ, ਭਾਈ ਜੈ ਰਾਮ ਜੀ ਦੇ ਨਾਲ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਵਿਆਹੇ ਹੋਏ ਸਨ। ਤਾਂ ਮਹਾਰਾਜ ਇੱਥੇ ਆਏ, ਭਾਈ ਬਾਲਾ ਜੀ ਨੂੰ ਨਾਲ ਲੈ ਕੇ, ਮਹਾਰਾਜ ਦਾ ਪਿਆਰਾ ਸਿੱਖ, ਬਚਪਨ ਦਾ ਸਾਥੀ ਭਾਈ ਬਾਲਾ ਜੀ, ਔਰ 16 ਸਾਲ ਦੀ ਸਰੀਰ ਕਾਰਬਲਾ ਵਿੱਚ ਮਹਾਰਾਜ ਨੇ ਮੋਦੀ ਖਾਨਾ ਸੰਭਾਲਿਆ ਵਿਕਰਮੀ ਸੰਮਤ 1542। 1 ਸਾਲ ਹੋਇਆ ਜਦੋਂ ਮੋਦੀ ਖਾਨਾ ਕਰਦਿਆਂ, ਸੰਸਾਰ ਦੇ ਜੀਵਾਂ ਦੀਆਂ ਝੋਲੀਆਂ ਭਰਦਿਆਂ, ਤੇਰਾ ਤੇਰਾ ਕਹਿ ਕੇ ਮਹਾਰਾਜ ਸਭ ਨੂੰ ਨਜ਼ਰੋਂ ਨਜ਼ਰ ਨਿਹਾਲ ਕਰੀ ਜਾਂਦੇ ਹਨ, ਸਭ ਦੀਆਂ ਝੋਲੀਆਂ ਭਰਦੇ ਹਨ। ਗੁਰਦੁਆਰਾ ਸ੍ਰੀ ਅੱਟ ਸਾਹਿਬ ਵਾਲੇ ਅਸਥਾਨ ਤੇ ਮਹਾਰਾਜ ਨੇ ਨਵਾਬ ਦੌਲਤ ਖਾਨ ਲੋਧੀ ਦਾ ਮੋਦੀ ਖਾਨਾ ਕੀਤਾ
ਔਰ ਜਦੋਂ 1 ਸਾਲ ਹੋਇਆ ਮੋਦੀਖਾਨਾ ਕਰਦਿਆਂ 17 ਸਾਲ ਦੀ ਸਰੀਰ ਕਾਰਬਲਾ ਹੋਈ ਜਗਤ ਗੁਰੂ ਜੀ ਦੀ 1543 ਵਿਕਰਮੀ ਸੰਮਤ ਨੂੰ ਤਾਂ ਮਹਾਰਾਜ ਸਾਹਿਬ ਜੀ ਵਾਸਤੇ ਰਿਸ਼ਤਾ ਆਇਆ। ਪੱਖੋਂ ਗਿਰੰਧਾਵਿਆਂ ਦੇ ਪਟਵਾਰੀ ਸਤਿਕਾਰਯੋਗ ਬਾਬਾ ਮੂਲ ਚੰਦ ਜੀ, ਉਹਨਾਂ ਦੇ ਘਰੋਂ ਉਹਨਾਂ ਦੇ ਪਤਨੀ ਸਤਿਕਾਰਯੋਗ ਮਾਤਾ ਚੰਦੂ ਰਾਣੀ ਜੀ, ਇਹਨਾਂ ਦੇ ਸਪੁੱਤਰੀ ਧੰਨ ਮਾਤਾ ਸੁਲੱਖਣੀ ਜੀ ਦਾ ਰਿਸ਼ਤਾ ਗੁਰੂ ਜੀ ਵਾਸਤੇ ਆਇਆ। ਜੋ ਧੰਨ ਧੰਨ ਬੇਬੇ ਨਾਨਕੀ ਜੀ, ਧੰਨ ਧੰਨ ਭਾਈਆ ਜੈ ਰਾਮ ਜੀ ਨੇ ਉਹ ਰਿਸ਼ਤਾ ਪ੍ਰਵਾਨ ਕੀਤਾ। ਮਹਾਰਾਜ ਸਾਹਿਬ ਜੀ ਦਾ ਮੰਗਣਾ ਹੋਇਆ 17 ਸਾਲ ਦੀ ਸਰੀਰ ਕਾਰਬਲਾ ਦੇ ਵਿੱਚ, ਔਰ ਅਗਲੇ ਸਾਲ ਵਿਆਹ ਦਾ ਦਿਨ ਰੱਖਿਆ ਗਿਆ। ਜਦੋਂ ਮਹਾਰਾਜ ਸਾਹਿਬ ਜੀ ਦੀ ਸਰੀਰ ਕਾਰਬਲਾ 18 ਵਰ੍ਹਿਆਂ ਦੀ ਹੋਈ ਤਾਂ 1544 ਵਿਕਰਮੀ ਸੰਮਤ ਨੂੰ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਜਗਤ ਗੁਰੂ ਜੀ ਦੀ ਬਰਾਤ ਚੜ੍ਹੀ ਔਰ ਬਟਾਲੇ ਦੀ ਧਰਤੀ ਤੇ ਪਹੁੰਚੀ, ਜੋ ਪਿਛਲੇ ਦਿਨਾਂ 'ਚ ਹਰ ਸਾਲ ਹੀ ਆਪਾਂ ਮਹਾਰਾਜ ਸਾਹਿਬ ਜੀ ਦਾ ਵਿਆਹ ਗੁਰਪੁਰਬ ਗੁਰੂ ਦੀਆਂ ਸੰਗਤਾਂ ਮਨਾਉਂਦੀਆਂ ਹਨ ਔਰ ਪਿਛਲੇ ਦਿਨੀ ਵੀ ਮਨਾਇਆ ਹੈ। ਤਾਂ ਸਾਧ ਸੰਗਤ ਜੀ, ਮਹਾਰਾਜ ਸਾਹਿਬ ਜੀ ਦਾ ਵਿਆਹ ਆਨੰਦ ਕਾਰਜ ਧੰਨ ਮਾਤਾ ਸੁਲੱਖਣੀ ਜੀ ਦੇ ਨਾਲ 18 ਸਾਲ ਦੀ ਸਰੀਰ ਕਾਰਬਲਾ ਦੇ ਵਿੱਚ ਹੋਇਆ। ਗੁਰੂ ਜੀ ਦੇ ਵਿਆਹ ਤੋਂ 7 ਸਾਲ ਬਾਅਦ ਇੱਥੇ ਹੀ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਗੁਰੂ ਕੇ ਬਾਗ ਸਾਹਿਬ ਵਾਲੇ ਅਸਥਾਨ ਤੇ 1551 ਵਿਕਰਮੀ ਸੰਮਤ ਨੂੰ ਵੱਡਾ ਸਾਹਿਬਜ਼ਾਦਾ ਧੰਨ ਧੰਨ ਬਾਬਾ ਸ੍ਰੀ ਚੰਦ ਸਾਹਿਬ ਜੀ ਪ੍ਰਗਟ ਹੋਏ। ਉਹਨਾਂ ਤੋਂ 2 ਸਾਲ ਬਾਅਦ ਵਿਕਰਮੀ ਸੰਮਤ 1553 ਨੂੰ ਛੋਟਾ ਸਾਹਿਬਜ਼ਾਦਾ ਧੰਨ ਧੰਨ ਬਾਬਾ ਲਖਮੀ ਦਾਸ ਸਾਹਿਬ ਜੀ ਪ੍ਰਗਟ ਹੋਏ। ਗੁਰੂ ਸਾਹਿਬ ਜੀ ਦੇ ਘਰ ਦੇ ਵਿੱਚ ਇਹ 2 ਸਾਹਿਬਜ਼ਾਦੇ ਪ੍ਰਗਟ ਹੋਏ। ਸੁਲਤਾਨਪੁਰ ਸਾਹਿਬ ਦੀ ਧਰਤੀ ਤੇ ਇਸ ਪਾਵਨ ਨਗਰੀ ਦੇ ਅੰਦਰ ਜਗਤ ਗੁਰੂ ਜੀ ਨੇ ਆਪਣਾ ਜਵਾਨੀ ਦਾ ਸਮਾਂ ਬਤੀਤ ਕੀਤਾ ਔਰ ਇਸ ਦੇ ਜਰੇ ਜਰੇ ਨੂੰ ਆਪਣੇ ਚਰਨਾਂ ਕਮਲਾਂ ਦੀ ਛੋਹ ਦੇ ਕੇ ਪਾਵਨ ਕੀਤਾ। ਸਾ ਧਰਤੀ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਸੇ ਜੰਤ ਭਏ ਹਰਿਆਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਜਿੱਥੇ ਬਾਬਾ ਪੈਰ ਧਰੇ, ਪੂਜਾ ਆਸਨ ਥਾਪਣ ਸੋਆ। ਐਸੀ ਮਹਾਰਾਜ ਸਾਹਿਬ ਜੀ ਨੇ ਕਿਰਪਾ ਕੀਤੀ ਔਰ ਮੋਦੀਖਾਨੇ ਵਾਲੇ ਅਸਥਾਨ ਤੋਂ ਹਰ ਰੋਜ਼ ਇਸ ਸਥਾਨ ਤੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਾਲੇ ਅਸਥਾਨ ਤੇ ਮਹਾਰਾਜ ਸਾਹਿਬ ਜੀ ਅੰਮ੍ਰਿਤ ਵੇਲੇ ਪਹੁੰਚਿਆ ਕਰਦੇ। ਵੇਈ ਨਦੀ ਦੇ ਕੰਢੇ ਤੇ ਦਾਤਨ ਕਰਦੇ ਪਹਿਲਾਂ, ਫਿਰ ਵੇਈ ਦੇ ਵਿੱਚ ਇਸ਼ਨਾਨ ਕਰਦੇ ਔਰ ਆਪਣੇ ਧਿਆਨ ਦੇ ਵਿੱਚ ਲੀਨ ਹੋ ਜਾਇਆ ਕਰਦੇ ਚੌਂਕੜਾ ਮਾਰ ਕੇ। ਔਰ ਇੱਕ ਦਿਨ ਸਿੱਖ ਨੇ ਬੇਰੀ ਦੀ ਦਾਤਨ ਭੇਟ ਕੀਤੀ। ਮਹਾਰਾਜ ਸਾਹਿਬ ਜੀ ਨੇ ਬੇਰੀ ਦੀ ਦਾਤਨ ਕਰਕੇ ਇੱਥੇ ਗੱਡੀ, ਜੋ ਬੇਰ ਸਾਹਿਬ ਦਾ ਰੂਪ ਪ੍ਰਗਟ ਹੋਈ। ਆਪਣ ਤੇ ਚਲ ਨੀਰ ਕੇ ਤੀਰ ਪੈ ਦੰਤਨ ਧਾਵਣ ਆਣ ਕਰੀ, ਗਾੜ ਦਈ ਧਰ ਹੋਤ ਭਇਓ ਧਰ ਹੈ ਅਬਲੋ ਬਰਸੋ ਬਦਰੀ। ਇਹ ਮਹਾਰਾਜ ਸਾਹਿਬ ਜੀ ਦੀ ਆਪਣੇ ਹਸਤ ਕਮਲਾਂ ਦੀ ਲਾਈ ਹੋਈ ਬੇਰੀ ਦੀ ਦਾਤਨ ਸਾਧ ਸੰਗਤ ਜੀ ਬੇਰ ਸਾਹਿਬ ਸੋਭਨੀਕ ਹੋਈ। ਔਰ ਇਸੇ ਧਰਤੀ ਤੇ ਮਹਾਰਾਜ ਸਾਹਿਬ ਜੀ ਨੇ ਇਸੇ ਥਾਂ ਤੋਂ ਵੇਈ ਨਦੀ ਦੇ ਵਿੱਚ ਪ੍ਰਵੇਸ਼ ਕੀਤਾ। 3 ਦਿਨ ਅਲੋਪ ਰਹੇ। ਸ੍ਰੀ ਸੰਤ ਘਾੜ ਸਾਹਿਬ ਵਾਲੇ ਅਸਥਾਨ ਤੇ ਪ੍ਰਗਟ ਹੋ ਕੇ ਤੇ ਜਦੋਂ ਪ੍ਰੇਮੀਆਂ ਨੇ ਪੁੱਛਿਆ ਮਹਾਰਾਜ 3 ਦਿਨ ਕਿੱਥੇ ਰਹੇ ਹੋ, ਆਪ ਜੀ ਨੇ ਦੱਸਿਆ ਸੱਚਖੰਡ ਵਿੱਚ ਗਏ ਸਾਂ, ਉੱਥੋਂ ਮੂਲ ਮੰਤਰ ਲੈ ਕੇ ਆਏ ਹਾਂ। ਆਪ ਜੀ ਨੇ ਮੂਲ ਮੰਤਰ ਦਾ ਉਚਾਰਨ ਸ੍ਰੀ ਸੰਤ ਘਾੜ ਸਾਹਿਬ ਵਾਲੇ ਅਸਥਾਨ ਤੇ ਕੀਤਾ। ਔਰ ਭਾਈ ਮਰਦਾਨਾ ਜੀ ਨੂੰ ਰਬਾਬ ਦੀ ਬਖਸ਼ਿਸ਼ ਵੀ ਇੱਥੇ ਸੁਲਤਾਨਪੁਰ ਸਾਹਿਬ ਦੀ ਧਰਤੀ ਤੇ ਕੀਤੀ। ਭਰਵਾਣੇ ਨਗਰ ਦੇ ਵਿੱਚੋਂ ਸੰਤ ਫਿਰੰਦਾ ਜੀ ਦੇ ਪਾਸੋਂ ਭਾਈ ਮਰਦਾਨਾ ਜੀ ਨੂੰ ਭੇਜ ਕੇ ਰਬਾਬ ਮੰਗਵਾਈ ਔਰ ਪਹਿਲੀ ਵਾਰੀ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਗੁਰੂ ਬਾਬਾ ਜੀ ਦੀ ਹਜ਼ੂਰੀ ਦੇ ਵਿੱਚ ਭਾਈ ਮਰਦਾਨਾ ਜੀ ਨੇ ਰਬਾਬ ਵਜਾਈ। ਕੀਰਤਨ ਦੀ ਆਰੰਭਤਾ ਵੀ ਇੱਥੋਂ ਕੀਤੀ ਔਰ ਮੂਲ ਮੰਤਰ ਮਹਾਰਾਜ ਨੇ ਇੱਥੇ ਉਚਾਰਨ ਕੀਤਾ ਤੇ ਫਿਰ ਪਹਿਲੀ ਉਦਾਸੀ ਵੀ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਇੱਥੋਂ ਹੀ ਮਹਾਰਾਜ ਸਾਹਿਬ ਜੀ ਨੇ ਕੀਤੀ। ਗਰੀਬ ਨਵਾਜ ਨੇ ਵਿਕਰਮੀ ਸੰਮਤ 1554 ਦੇ ਵਿੱਚ 28 ਸਾਲ ਦੀ ਸਰੀਰ ਕਾਰਬਲਾ ਦੇ ਵਿੱਚ ਪਹਿਲੀ ਉਦਾਸੀ ਆਰੰਭ ਕੀਤੀ। ਜਦੋਂ ਵੱਡਾ ਸਾਹਿਬਜ਼ਾਦਾ ਧੰਨ ਧੰਨ ਬਾਬਾ ਸ੍ਰੀ ਚੰਦ ਸਾਹਿਬ ਜੀ 3 ਸਾਲ ਦੇ ਸਨ ਤੇ ਛੋਟੇ ਸਾਹਿਬਜ਼ਾਦੇ ਧੰਨ ਧੰਨ ਬਾਬਾ ਲਖਮੀ ਦਾਸ ਸਾਹਿਬ ਜੀ ਉਹ 1 ਸਾਲ ਦੇ ਸਨ, ਜਦੋਂ ਬਾਬਾ ਜੀ ਨੇ ਸੰਸਾਰ ਨੂੰ ਤਾਰਨ ਵਾਸਤੇ
ਉਦਾਸੀ ਕੀਤੀ। ਬਾਬਾ ਦੇਖੈ ਧਿਆਨ ਧਾਰ, ਜਲਤੀ ਸਭ ਪ੍ਰਿਥਵੀ ਦਿਸ ਆਈ। ਬਾਝਹੁ ਗੁਰੂ ਗੁਬਾਰ ਹੈ ਕਰਦੀ ਸੁਣੀ ਲੁਕਾਈ। ਬਾਬੇ ਭੇਖ ਬਣਾਇਆ, ਉਦਾਸੀ ਕੀ ਰੀਤ ਚਲਾਈ। ਚੜਿਆ ਸੋਧਣ ਧਰਤ ਲੁਕਾਈ। ਤਾਂ ਫਿਰ ਸਾਧ ਸੰਗਤ ਜੀ, ਮਹਾਰਾਜ ਸਾਹਿਬ ਜੀ ਭਾਈ ਮਰਦਾਨਾ ਜੀ ਰਬਾਬੀ ਨੂੰ ਨਾਲ ਲੈ ਕੇ ਔਰ ਭਾਈ ਬਾਲਾ ਜੀ ਨੂੰ ਆਪਣਾ ਚੌਰ ਬਰਦਾਰ ਬਣਾ ਕੇ ਚੌਹਾਂ ਚੱਕਰਾਂ ਵਿੱਚ ਵਿਚਰੇ। ਕਿੱਥੇ ਕਿੱਥੇ ਗਏ, ਸਾਰੀ ਸ੍ਰਿਸ਼ਟੀ ਦੇ ਵਿੱਚ ਉਹ ਕਹਿਣ ਕਥਨ ਤੋਂ ਬਾਹਰ ਹੈ। ਭਾਵੇਂ ਇਤਿਹਾਸ ਵਿੱਚ ਮਹਾਰਾਜ ਸਾਹਿਬ ਜੀ ਦੇ ਵੱਖ-ਵੱਖ ਥਾਵਾਂ ਤੇ ਜ਼ਿਕਰ ਜਾਣ ਦਾ ਜ਼ਿਕਰ ਆਉਂਦਾ ਹੈ, ਪਰ ਭਾਈ ਗੁਰਦਾਸ ਸਾਹਿਬ ਜੀ ਨੇ ਆਖਿਆ ਮਹਾਰਾਜ ਸਾਹਿਬ ਜੀ ਲੱਖਾਂ ਪਤਾਲਾਂ ਵਿੱਚ ਤੇ ਲੱਖਾਂ ਆਕਾਸ਼ਾਂ ਵਿੱਚ ਵੀ ਗਏ। ਹੁਣ ਜਿਹੜਾ ਲੱਖਾਂ ਪਤਾਲਾਂ ਵਿੱਚ ਲੱਖਾਂ ਆਕਾਸ਼ਾਂ ਵਿੱਚ ਵਿਚਰੇ, ਉਹ ਨਾ ਤੇ ਸਫ਼ਰ ਦੀ ਕੋਈ ਗਿਣਤੀ ਕਰ ਸਕਦਾ ਹੈ, ਤੇ ਜਿੱਥੇ ਆਮ ਮਨੁੱਖ ਦੀ ਪਹੁੰਚ ਨਹੀਂ, ਮਹਾਰਾਜ ਸਾਹਿਬ ਜੀ ਉੱਥੇ ਵੀ ਗਏ ਸਾਧ ਸੰਗਤ। ਇਸ ਕਰਕੇ ਇੱਕ ਪੌੜੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਨੇ ਬਹੁਤਾ ਜ਼ਿਕਰ ਕਰ ਦਿੱਤਾ ਮਹਾਰਾਜ ਦੇ ਉਦਾਸੀਆਂ ਦੇ ਸਮੇਂ ਦਾ। ਗੜ੍ਹ ਬਗਦਾਦ ਨਿਵਾਏ ਕੈ ਮੱਕਾ ਮਦੀਨਾ ਸਭ ਨਿਵਾਇਆ। ਸਿੱਧ 84 ਮੰਡਲੀ ਖੜ ਦਰਸ਼ਨ ਪਾ ਖੰਡ ਜਿਣਾਇਆ। ਪਾਤਾਲਾਂ ਆਕਾਸ਼ ਲਖ ਜਿੱਤੀ ਧਰਤੀ ਜਗਤ ਸਬਾਇਆ। ਜਿੱਤੀ ਨਵਖੰਡ ਮੇਦਨੀ ਸਤਿਨਾਮ ਦਾ ਚੱਕਰ ਫਿਰਾਇਆ। ਦੇਵ ਦਾਨੋ ਰਾਖਸ਼ ਦੈਂਤ ਸਭ ਚਿਤ ਗੁਪਤ ਸਭ ਚਰਨੀ ਲਾਇਆ। ਇੰਦਰਾਸਨ ਅਪਸ਼ਰਾਂ ਰਾਗ ਰਾਗਣੀ ਮੰਗਲ ਗਾਇਆ। ਭਇਆ ਆਨੰਦ ਜਗਤ ਵਿੱਚ ਕਲ ਤਾਰਨ ਗੁਰ ਨਾਨਕ ਆਇਆ। ਹਿੰਦੂ ਮੁਸਲਮਾਨ ਨਿਵਾਇਆ। ਸੰਸਾਰ ਨੂੰ ਤਾਰਦਿਆਂ ਹੋਇਆਂ, ਉਪਦੇਸ਼ ਦਿੰਦਿਆਂ ਹੋਇਆਂ ਮਹਾਰਾਜ ਨੇ ਆਖਿਆ ਭਾਈ ਧਰਮ ਦੀ ਕਿਰਤ ਕਰੋ, ਵੰਡ ਕੇ ਛਕੋ, ਨਾਮ ਜਪੋ ਔਰ ਹਉਮੈ ਦਾ ਤਿਆਗ ਕਰੋ ਤੇ ਨਾਮ ਦੇ ਨਾਲ ਲਿਵ ਲਾਓ। ਪਰਮੇਸ਼ਰ ਦਾ ਭਾਣਾ ਮੰਨੋ। ਜਿੱਥੇ ਤਿੰਨ ਮਹਾਰਾਜ ਸਾਹਿਬ ਜੀ ਨੇ ਇਹ ਬਚਨ ਕੀਤੇ ਨਾ ਵੀ ਧਰਮ ਦੀ ਕਿਰਤ ਕਰੋ, ਵੰਡ ਕੇ ਛਕੋ, ਨਾਮ ਜਪੋ, ਉੱਥੇ ਇਹ ਵੀ ਤਿੰਨ ਮਹਾਰਾਜ ਨੇ ਬਚਨ ਕੀਤੇ ਵੀ ਹਉਮੈ ਛੱਡੋ, ਪਰਮੇਸ਼ਰ ਦੇ ਨਾਲ ਲਿਵ ਲਾਓ ਤੇ ਪ੍ਰਭੂ ਦਾ ਭਾਣਾ ਮੰਨੋ। ਹਉਮੈ ਤਜਣ ਨਾਮ ਲਿਵ ਲਾਵਣ, ਭਾਣਾ ਮੰਨਣ ਪੰਥ ਇਹੋ ਪਾਵਨ। ਇਤਿਹਾਸ ਵਿੱਚ ਬਚਨ ਆਉਂਦਾ। ਤੋ ਐਸੀ ਮਹਾਰਾਜ ਸਾਹਿਬ ਜੀ ਨੇ ਇਹ ਸਿੱਖਿਆ ਦਿੱਤੀ। ਫਿਰ ਆਖਿਆ ਭਾਈ ਸਾਬਤ ਸੂਰਤ ਹੋ, ਕੇਸਾਂ ਦੀ ਬੇਅਦਬੀ ਨਹੀਂ ਕਰਨੀ, ਦਸਤਾਰ ਸਜਾਓ। ਸਾਬਤ ਸੂਰਤ ਦਸਤਾਰ ਸਿਰਾ, ਇਹ ਗੁਰੂ ਬਾਬਾ ਜੀ ਨੇ ਸਿੱਖਿਆ ਦਿੱਤੀ। ਆਪਣੀ ਰਸਨਾ ਤੋਂ 19 ਰਾਗਾਂ ਦੇ ਵਿੱਚ ਮਹਾਰਾਜ ਨੇ ਅੰਮ੍ਰਿਤ ਬਾਣੀ ਉਚਾਰਨ ਕੀਤੀ ਔਰ ਸਾਧ ਸੰਗਤ ਜੀ ਸਭ ਥਾਵਾਂ ਤੇ ਵਿਚਰ ਕੇ ਉਪਦੇਸ਼ ਦਿੰਦਿਆਂ ਹੋਇਆਂ ਫਿਰ ਮਹਾਰਾਜ ਸਾਹਿਬ ਜੀ ਨੇ ਰਾਵੀ ਦਰਿਆ ਦੇ ਕੰਢੇ ਤੇ ਨਗਰੀ ਵਸਾਈ। ਲਾਹੌਰ ਦਾ ਖੋੜੀਆ ਖੱਤਰੀ ਸੀ। ਪਹਿਲਾਂ ਤਾਂ ਹੰਕਾਰ ਕਰਦਾ ਸੀ ਕਿ ਮੇਰੀ ਜ਼ਮੀਨ ਹੈ, ਮੈਂ ਉਠਾ ਦਿਆਂਗਾ, ਤੇ ਪਹਿਲੇ ਦਿਨ ਹੰਕਾਰ ਵਿੱਚ ਆ ਕੇ ਲਾਹੌਰ ਤੋਂ ਘੋੜੀ ਤੇ ਸਵਾਰ ਹੋ ਕੇ ਜਦੋਂ ਮਹਾਰਾਜ ਸਾਹਿਬ ਜੀ ਨੂੰ ਉਠਾਉਣ ਵਾਸਤੇ ਆਏ ਨਾ, ਮਹਾਰਾਜ ਇੱਥੇ ਬੈਠੇ ਸੀ ਜਿੱਥੇ ਕਰਤਾਰਪੁਰ ਨਗਰ ਵਸਾਇਆ ਰਾਵੀ ਦੇ ਕੰਢੇ। ਉਹ ਕਰੋੜੀਆ ਖੱਤਰੀ ਜਦੋਂ ਘੋੜੀ ਤੇ ਚੜ੍ਹਿਆ ਤੇ ਘੋੜੀ ਸੀ ਪੌੜ ਹੋ ਗਈ। ਭਾਵ ਅਗਲੇ ਦੋਵੇਂ ਪੈਰ ਚੁੱਕ ਕੇ ਤਾਂ ਨੂੰ ਖਲੋਤੀ ਛਾਲ ਮਾਰੀ ਘੋੜੀ ਨੇ ਤੇ ਕਰੋੜੀਆ ਖੱਤਰੀ ਉੱਤੋਂ ਥੱਲੇ ਡਿੱਗ ਪਿਆ। ਉਹਦੀ ਪੱਗ ਵੀ ਲੱਥ ਗਈ। ਨਾਲਦਿਆਂ ਨੇ ਸਮਝਾਇਆ ਵੀ ਮਹਾਰਾਜ ਸਾਹਿਬ ਇਹਨੂੰ ਕੁਝ ਨਹੀਂ ਕਹਿੰਦੇ, ਤੂੰ ਇਸ ਤਰ੍ਹਾਂ ਕਾਹਤੋਂ ਕਬੂਲ ਬੋਲਦਾ ਗੁਰੂ ਸਾਹਿਬ ਜੀ ਨੂੰ। ਕਹਿੰਦਾ ਚਲੋ ਅੱਜ ਤੇ ਨਹੀਂ, ਮੈਂ ਫੇਰ ਕਿਸੇ ਦਿਨ ਜਾਵਾਂਗਾ ਤੇ ਉਠਾ ਦਿਆਂਗਾ ਸ੍ਰੀ ਨਾਨਕ ਬਾਈ ਨੂੰ ਆਪਣੇ ਉੱਥੋਂ ਇਲਾਕੇ ਦੇ ਵਿੱਚ। ਮਹਾਰਾਜ ਤਾਂ ਉਤਰਾ ਹੀ ਬੈਠੇ ਸਨ, ਸੰਗਤਾਂ ਨੂੰ ਉਪਦੇਸ਼ ਦਿੰਦਿਆਂ, ਦਰਸ਼ਨ ਦਿੰਦਿਆਂ। ਪਰ ਕਰੋੜੀਆ ਖੱਤਰੀ ਫੇਰ ਹੰਕਾਰ ਨਾਲ ਫੇਰ ਇੱਕ ਦਿਨ ਚੜ੍ਹਿਆ, ਚੱਲਣ ਲੱਗਾ, ਸੰਗੀਆਂ ਸਾਥੀਆਂ ਨੂੰ ਨਾਲ ਲੈ ਕੇ ਜਦੋਂ ਲਾਹੌਰੋਂ ਤੁਰਿਆ ਨਾ, ਬਾਰ-ਬਾਰ ਨਿਕਲਿਆ ਤੇ ਅੱਖਾਂ ਤੋਂ ਦਿਸਣੋਂ ਹਟ ਗਿਆ। ਇਤਿਹਾਸ ਵਿੱਚ ਲਿਖਿਆ ਅੱਖਾਂ ਤੋਂ ਅੰਨਾ ਹੋ ਗਿਆ। ਫਿਰ ਨਾਲਦਿਆਂ ਨੂੰ ਕਹਿੰਦਾ ਹੈ ਵੀ ਮੈਨੂੰ ਦਿਸਦਾ ਨਹੀਂ ਹੈ। ਘੋੜੀ ਤੋਂ ਥੱਲੇ ਉਤਾਰਿਆ, ਫਿਰ ਉਹ ਫੜ ਕੇ ਲੈ ਕੇ ਆਏ ਜਿੱਥੇ ਮਹਾਰਾਜ ਬੈਠੇ ਸੀ। ਫਿਰ ਉਹ ਬੇਨਤੀਆਂ ਕਰਦਾ ਆਇਆ, ਤਰਲੇ ਪਾਉਂਦਾ ਆਇਆ, ਮਹਾਰਾਜ ਨੂੰ ਨਮਸਕਾਰ ਕੀਤੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਤੋਂ ਖਿਮਾ ਮੰਗੀ। ਤੇ ਮਹਾਰਾਜ ਸਾਹਿਬ ਕਹਿਣ ਲੱਗੇ ਭਾਈ ਨੇਤਰ ਖੋਲ ਕੇ ਵੇਖ। ਜਦੋਂ ਉਹਨੇ ਵੇਖਿਆ ਉਹਨੂੰ ਦਿਸਣ ਲੱਗ ਪਿਆ। ਫਿਰ ਮਹਾਰਾਜ ਦੇ ਚਰਨਾਂ ਦਾ ਪ੍ਰੇਮੀ ਬਣ ਗਿਆ। ਫਿਰ ਉਹਨੇ ਆਖਿਆ ਮਹਾਰਾਜ ਮੈਂ ਜ਼ਮੀਨ ਆਪ ਜੀ ਨੂੰ ਭੇਟ ਕਰਨੀ ਚਾਹੁੰਦਾ, ਇੱਥੇ ਆਪ ਜੀ ਨਗਰ ਵਸਾਓ, ਨਾਲੇ ਧਰਮਸ਼ਾਲਾ ਬਣਾਓ, ਸੰਗਤਾਂ ਨੂੰ ਮਹਾਰਾਜ ਉਪਦੇਸ਼ ਦਿਓ, ਦਰਸ਼ਨ ਦਿਓ।
ਤਾਂ ਸਤਿਗੁਰੂ ਕਹਿਣ ਲੱਗੇ, ਭਾਈ ਜੇ ਤੇਰੀ ਇੱਛਾ ਤੇ ਕਰ ਲਾ ਤੂੰ ਸੇਵਾ। ਉਹ ਵੀ ਨਾਲ ਲੱਗਾ, ਉਹਨੇ ਨੌਕਰ ਚਾਕਰ ਵੀ ਲਾਏ ਤੇ ਸਿੱਖ ਸੰਗਤਾਂ ਵੀ ਲੱਗੀਆਂ ਤੇ ਫਿਰ ਨਗਰੀ ਵਸਾਈ ਗਈ। ਫਿਰ ਮਹਾਰਾਜ ਨੂੰ ਬੇਨਤੀ ਕੀਤੀ, ਮਹਾਰਾਜ ਦਾ ਨਾਮ ਰੱਖੋ। ਤੇ ਗੁਰੂ ਸਾਹਿਬ ਜੀ ਨੇ ਨਾਮ ਰੱਖਿਆ ਸ੍ਰੀ ਕਰਤਾਰਪੁਰ ਸਾਹਿਬ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ। ਕਰਤਾਰ ਦੇ ਨਾਂ ਤੇ, ਆਪਣੇ ਨਾਂ ਤੇ ਵੇਖੋ ਨਗਰ ਦਾ ਨਾਂ ਨਹੀਂ ਰੱਖਿਆ, ਆਪਣੇ ਧਰਮ ਪਤਨੀ ਮਾਤਾ ਸੁਲੱਖਣੀ ਜੀ ਦੇ ਨਾਂ ਤੇ ਨਾਮ ਨਹੀਂ ਰੱਖਿਆ, ਸਾਹਿਬਜ਼ਾਦਿਆਂ ਦੇ ਨਾਮ ਦੇ ਨਾਮ ਨਹੀਂ ਰੱਖਿਆ, ਮਾਤਾ ਪਿਤਾ ਦੇ ਨਾਮ ਤੇ ਨਾਮ ਨਹੀਂ ਨਗਰ ਦਾ ਰੱਖਿਆ। ਨਗਰੀ ਦਾ ਨਾਂ ਰੱਖਿਆ ਕਰਤਾਰ ਦੇ ਨਾਂ ਤੇ, ਸ੍ਰੀ ਕਰਤਾਰਪੁਰ ਸਾਹਿਬ। ਕਿਉਂਕਿ ਮਹਾਰਾਜ ਕਰਤਾਰ ਨਾਲ ਹੀ ਜੋੜਿਆ ਸਾਰਿਆਂ ਨੂੰ। ਤਾਂ ਫਿਰ ਆਪਣੇ ਜੀਵਨ ਦਾ ਅਖੀਰਲਾ ਸਮਾਂ 17 ਸਾਲ ਦੇ ਲਗਭਗ ਸ੍ਰੀ ਕਰਤਾਰਪੁਰ ਸਾਹਿਬ ਦੇ ਵਿੱਚ ਮਹਾਰਾਜ ਨੇ ਨਿਵਾਸ ਰੱਖਿਆ। ਆਪਣੇ ਹੱਥੀਂ ਮਹਾਰਾਜ ਸਾਹਿਬ ਜੀ ਨੇ ਬਲਦਾਂ ਦੇ ਨਾਲ ਉੱਥੇ ਹਲ ਵਾਹਿਆ ਔਰ ਖੇਤੀ ਕੀਤੀ। ਜਿਹੜਾ ਉਪਦੇਸ਼ ਸੰਸਾਰ ਨੂੰ ਦਿੱਤਾ ਮਹਾਰਾਜ ਸਾਹਿਬ ਜੀ ਨੇ ਆਪ ਵੀ ਸਾਧ ਸੰਗਤ ਜੀ ਉਹ ਪੂਰਨੇ ਪਾ ਕੇ ਦੱਸਿਆ। ਔਰ ਲੰਗਰ ਮਹਾਰਾਜ ਸਾਹਿਬ ਨੇ ਚਲਾਏ। ਸਵੇਰ ਸ਼ਾਮ ਦਾ ਨਿਤਨੇਮ ਗੁਰਸਿੱਖਾਂ ਨੂੰ ਉੱਥੇ ਬਖਸ਼ਿਆ ਕਰਤਾਰਪੁਰ ਸਾਹਿਬ ਦੇ ਵਿੱਚ। ਤੇ ਉੱਥੇ ਫਿਰ ਮਹਾਰਾਜ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਸ੍ਰੀ ਲਹਿਣਾ ਜੀ ਆਏ 1599 ਵਿਕਰਮੀ ਸੰਮਤ ਨੂੰ। ਤੇ 7 ਸਾਲ ਮਹਾਰਾਜ ਦੇ ਚਰਨਾਂ ਵਿੱਚ ਰਹੇ। 1599 ਤੋਂ ਲੈ ਕੇ 1596 ਤੱਕ ਗੁਰੂ ਸਾਹਿਬ ਜੀ ਦੀ ਮਹਾਨ ਸਿੱਖੀ ਦੀ ਕਮਾਈ ਕੀਤੀ। ਉਂਝ ਤਾਂ ਪਹਿਲੇ ਦਿਨ ਹੀ ਸ੍ਰੀ ਲਹਿਣਾ ਜੀ ਨੂੰ ਬਚਨ ਕਰ ਦਿੱਤਾ ਸੀ, ਪੁਰਖਾ ਤੇਰਾ ਨਾਂ ਕੀ ਹੈ? ਆਖਿਆ ਮਹਾਰਾਜ ਮੇਰਾ ਨਾਂ ਲਹਿਣਾ ਹੈ। ਕਿੱਥੋਂ ਚੱਲ ਕੇ ਆਇਆ ਹੈ? ਜੀ ਮੈਂ ਖਡੂਰ ਨਗਰ ਤੋਂ ਆਇਆ। ਉਦੋਂ ਕੱਲਾ ਖਡੂਰ ਹੀ ਕਹਿੰਦੇ ਸੀ, ਬਾਅਦ ਚ ਸੰਗਤਾਂ ਪ੍ਰੇਮ ਨਾਲ ਖਡੂਰ ਸਾਹਿਬ ਕਹਿਣ ਲੱਗੀਆਂ। ਤੇ ਮਹਾਰਾਜ ਨੇ ਆਖਿਆ ਤੂੰ ਲੈਣਾ ਹੈ ਤੇ ਅਸੀਂ ਦੇਣਾ ਹੈ। ਇਹ ਬਚਨ ਹੋਇਆ। 7 ਸਾਲ ਮਹਾਰਾਜ ਸਾਹਿਬ ਦੇ ਚਰਨਾਂ 'ਚ ਬਾਬਾ ਲਹਿਣਾ ਜੀ ਰਹੇ। ਅਖੀਰ ਮਹਾਰਾਜ ਨੇ ਸਿੱਖਾਂ ਨੂੰ ਵੀ ਪਰਖਿਆ, ਪੁੱਤਰਾਂ ਨੂੰ ਵੀ ਪਰਖਿਆ। ਸਿੱਖਾਂ ਪੁੱਤਰਾਂ ਘੋਖ ਕਹਿ ਸਭ ਉਮਤ ਵੇਖੋ ਜੇ ਕਿਉਨ, ਜਾਂ ਸੁਧੋਸ ਤਾਂ ਲਹਿਣਾ ਟਿਕਿਓਣ। ਅਖੀਰ ਮਹਾਰਾਜ ਨੇ ਫਿਰ ਆਪਣੇ ਪਿਆਰੇ ਪਰਮ ਸੇਵਕ ਬਾਬਾ ਲਹਿਣਾ ਜੀ ਨੂੰ ਗੁਰਿਆਈ ਦਾ ਤਖਤ ਬਖਸ਼ਿਆ। 5 ਪੈਸੇ ਨਾਲੀਏਰ ਲੈ ਕੇ 3 ਪ੍ਰਕਰਮਾ ਕਰਕੇ ਮੱਥਾ ਟੇਕਿਆ। ਥਾਪਿਆ ਲਹਿਣਾ ਜੀਵਦੇ ਗੁਰਿਆਈ, ਸਿਰ ਛਤਰ ਫਿਰਾਇਆ। ਜੋਤੀ ਜੋਤ ਮਿਲਾਏ ਕਹਿ ਸਤਿਗੁਰ ਨਾਨਕ ਰੂਪ ਵਟਾਇਆ। ਆਗਿਆ ਦੇ ਦਿੱਤੀ ਪੁਰਖਾ, ਹੁਣ ਸਾਡੇ ਅੰਗਾਂ ਨਾਲ ਲੱਗ ਕੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਬਣ ਗਏ ਹੋ। ਤੁਸੀਂ ਸ੍ਰੀ ਖਡੂਰ ਸਾਹਿਬ ਵਿੱਚ ਚਲੇ ਜਾਓ। ਆਪਣੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਆਗਿਆ ਦੇ ਕੇ, ਹੁਕਮ ਦੇ ਕੇ ਸ੍ਰੀ ਖਡੂਰ ਸਾਹਿਬ ਵਿੱਚ ਭੇਜ ਦਿੱਤਾ। ਬਾਅਦ ਵਿੱਚ ਸੰਗਤਾਂ ਨੂੰ ਦਰਸ਼ਨ ਉਪਦੇਸ਼ ਬਖਸ਼ੇ। ਔਰ ਮਹਾਰਾਜ ਸਾਹਿਬ ਜੀ ਨੇ ਆਖਿਆ ਭਾਈ ਦੇਸ ਦੀਵੀ ਨਹੀਂ ਹੈ, ਸ਼ਬਦ ਸਾਚਾ ਪਿੰਡ ਕਾਚਾ। ਸ਼ਬਦ ਸੱਚਾ ਹੈ, ਸਰੀਰ ਤਾਂ ਕੱਚਾ ਹੈ। ਇਸ ਕਰਕੇ ਜਿਹੜਾ ਭਾਈ ਸਾਡੇ ਨਾਲ ਮਿਲਣਾ ਚਾਹੁੰਦਾ ਹੈ ਉਹ ਸ਼ਬਦ ਨਾਲ ਜੁੜ ਜਾਓ, ਬਾਣੀ ਨਾਲ ਜੁੜ ਜਾਓ। ਸ਼ਬਦ ਨਾਲ ਜਿਹੜਾ ਜੁੜੇਗਾ ਉਹ ਸਾਨੂੰ ਪ੍ਰਾਪਤ ਹੋ ਜਾਵੇਗਾ, ਉਹ ਸਾਡੇ ਨਾਲ ਲੀਨ ਹੋ ਜਾਵੇਗਾ, ਸਾਨੂੰ ਮਿਲ ਪਵੇਗਾ। ਮਹਾਨ ਸਿੱਖਿਆ ਦਿੰਦਿਆਂ ਹੋਇਆਂ ਫਿਰ ਅੱਜ ਦੇ ਦਿਨ ਸਾਧ ਸੰਗਤ ਜੀ ਮਹਾਰਾਜ ਸਾਹਿਬ ਜੀ 1596 ਵਿਕਰਮੀ ਸੰਮਤ ਅਸੂਵਦੀ 10ਵੀਂ ਵਾਲੇ ਦਿਨ ਔਰ 1539 ਈਸਵੀ ਸਨ ਮਹਾਰਾਜ ਸਾਹਿਬ ਜੀ ਨੇ ਗਰੀਬ ਨਵਾਜ ਆਪਣੇ ਆਸਣ ਤੇ ਚਾਦਰ ਲੈ ਕੇ ਲੰਮੇ ਪੈ ਗਏ, ਵਿਰਾਜ ਗਏ ਔਰ ਜੋਤੀ ਜੋਤ ਸਮਾ ਗਏ। ਜਦੋਂ ਮਹਾਰਾਜ ਜੋਤੀ ਜੋਤ ਸਮਾਏ ਸਿੱਖ ਸੰਗਤਾਂ ਦੇ ਵਿੱਚ ਵੈਰਾਗ ਹੋਇਆ। ਦੇਵਤਿਆਂ ਨੇ ਜੈ ਜੈਕਾਰ ਕੀਤੀ ਔਰ ਸਾਧ ਸੰਗਤ ਜੀ ਉਸ ਮੌਕੇ ਤੇ ਬਾਬਾ ਸ੍ਰੀ ਚੰਦ ਜੀ, ਬਾਬਾ ਲਖਮੀ ਦਾਸ ਜੀ ਮਹਾਰਾਜ ਦੇ ਚਰਨਾਂ ਵਾਲੇ ਪਾਸੇ ਆ ਕੇ ਖਲੋਤੇ। ਪਹਿਲਾਂ ਮਹਾਰਾਜ ਬੁਲਾਉਂਦੇ ਸਨ ਤਾਂ ਉਸ ਮੌਕੇ ਤੇ ਆਏ ਨਾ, ਤਾਂ ਬਾਅਦ ਵਿੱਚ ਦੋਨਾਂ ਨੇ ਆ ਕਰਕੇ ਚਰਨਾਂ ਵਾਲੇ ਪਾਸੇ ਖਲੋ ਕੇ ਬੇਨਤੀਆਂ ਕੀਤੀਆਂ ਕਿ ਪਿਤਾ ਜੀ ਆਪ ਜੀ ਨੂੰ ਪਰਮੇਸ਼ਰ ਦਾ ਵਾਸਤਾ ਹੈ, ਦੁਹਾਈ ਹੈ ਕਿ ਜਿਵੇਂ ਪਹਿਲਾਂ ਆਪ ਜੀ ਬਚਨ ਵਿਲਾਸ ਕਰਦੇ ਸੀ, ਦਰਸ਼ਨ ਦਿੰਦੇ ਸੀ, ਇਸੇ ਤਰ੍ਹਾਂ 2 ਘੜੀਆਂ ਹੋਰ ਦਰਸ਼ਨ ਬਖਸ਼ ਕੇ ਤੇ ਫਿਰ ਸੱਚਖੰਡ ਜਾਓ। ਜੋਤੀ ਜੋਤ ਸਮਾਉਣ ਤੋਂ ਮਗਰੋਂ ਫਿਰ ਜਦੋਂ ਬਾਬਾ ਸ੍ਰੀ ਚੰਦ ਜੀ ਨੇ ਬੇਨਤੀ ਕੀਤੀ ਨਾ ਤੇ ਫਿਰ 2 ਘੜੀਆਂ ਮਹਾਰਾਜ ਨੇ ਫਿਰ ਦਰਸ਼ਨ ਦਿੱਤੇ। ਚੌਂਕੜਾ ਲਾ ਕੇ ਬੈਠ ਗਏ। ਕਹਿਣ ਲੱਗੇ ਪੁੱਤਰ ਸ੍ਰੀ ਚੰਦ
ਤੂੰ ਮੰਗੀਆਂ ਹੀ 2 ਘੜੀਆਂ ਵਾਂ, ਜੇ ਲੰਮਾ ਸਮਾਂ ਮੰਗ ਲੈਂਦਾ ਤੇ ਲੰਮਾ ਸਮਾਂ ਵੀ ਦਰਸ਼ਨ ਦੇ ਦਿੰਦੇ, ਪਰ ਕਰਤਾਰ ਦੇ ਵਸ ਹੈ। ਤੂੰ 2 ਘੜੀਆਂ ਮੰਗੀਆਂ, ਹੁਣ 2 ਘੜੀਆਂ ਗੱਲਬਾਤ ਕਰ ਲੋ ਜੋ ਕਰਨੀ ਹੈ। ਫਿਰ ਬੇਨਤੀ ਕੀਤੀ, ਜੀ ਅਸੀਂ ਭੁੱਲ ਗਏ, ਸਾਨੂੰ ਮਾਫ ਕਰ ਦਿਓ, ਸਾਨੂੰ ਕੋਈ ਨਹੀਂ ਸੰਸਾਰ ਵਿੱਚ ਅਦਬ ਦੇਵੇਗਾ। ਮਹਾਰਾਜ ਕਹਿਣ ਲੱਗੇ, ਗੁਰੂ ਪੀਰਾਂ ਦੇ ਤਾਂ ਕੁੱਤਿਆਂ ਵਿੱਚ ਵੀ ਕਰਾਮਾਤਾਂ ਹੁੰਦੀਆਂ ਵਾ, ਤੁਸੀਂ ਤਾਂ ਸਾਡੇ ਘਰ ਵਿੱਚ ਪੈਦਾ ਹੋਏ ਹੋ। ਜੋ ਸ਼ਬਦ ਦੀ ਬਰਕਤ ਹੈ, ਸ਼ਬਦ ਦੀ ਵਡਿਆਈ ਹੈ, ਉਹ ਤਾਂ ਸੇਵਕ ਨੇ ਪ੍ਰਾਪਤ ਕੀਤੀ ਹੈ, ਪਰ ਤੁਸੀਂ ਸਾਡੀ ਅੰਸ ਵੰਸ ਕਰਕੇ, ਸਾਡੇ ਸਾਹਿਬਜ਼ਾਦੇ ਕਰਕੇ ਸੰਸਾਰ ਵਿੱਚ ਪੂਜੇ ਜਾਓਗੇ, ਸਤਿਕਾਰੇ ਜਾਓਗੇ। ਘਰ ਵਿੱਚ ਕਿਸੇ ਪਦਾਰਥ ਦੀ ਕੋਈ ਕਮੀ ਨਹੀਂ ਰਹੇਗੀ, ਔਰ ਸਭ ਰਿਤੀਆਂ ਸਿੱਧੀਆਂ ਕੁਲ ਵਿੱਚ ਵਰਤਣਗੀਆਂ। ਸਾਡੀ ਕੁਲ ਦੇ ਵਿੱਚ ਸਭ ਰਿਤੀਆਂ ਸਿੱਧੀਆਂ ਹੋਣਗੀਆਂ। ਐਸੇ ਬਚਨ ਮਹਾਰਾਜ ਸਾਹਿਬ ਜੀ ਕਰਦਿਆਂ ਹੋਏ ਆ। ਉਸ ਤੋਂ ਬਾਅਦ ਫਿਰ ਸਾਧ ਸੰਗਤ ਜੀ ਗਰੀਬ ਨਵਾਜ਼ ਚਾਦਰ ਲੈ ਕੇ ਫਿਰ ਵਿਰਾਜੇ ਤੇ ਸਣ ਦੇ ਹੀ ਮਹਾਰਾਜ ਸੱਚਖੰਡ ਚਲੇ ਗਏ। ਬਾਹਰ ਮੁਸਲਮਾਨਾਂ ਦਾ ਵੀ ਵੱਡਾ ਇਕੱਠ ਸੀ, ਸਿੱਖ ਵੀ, ਹਿੰਦੂ ਪਰਿਵਾਰ ਵੀ, ਤੇ ਮੁਸਲਮਾਨ ਭਾਈਚਾਰਾ ਕਹਿਣ ਲੱਗੇ ਵੀ ਸ੍ਰੀ ਨਾਨਕ ਜੀ ਸਾਡੇ ਤਪਾ ਜੀ, ਇਹ ਸਾਡੇ ਪੀਰ ਜੀ ਹਨ, ਅਸੀਂ ਉਹਨਾਂ ਦੇ ਸਰੀਰ ਨੂੰ ਦਫਨਾਉਣਾ ਹੈ। ਬਾਕੀ ਕਹਿਣ ਲੱਗੇ ਅਸੀਂ ਸੰਸਕਾਰ ਕਰਨਾ ਹੈ। ਇਹ ਰੌਲਾ ਪੈ ਰਿਹਾ ਸੀ, ਝਗੜਾ ਪੈ ਰਿਹਾ ਸੀ। ਕਹਿਣ ਅਸੀਂ ਸੰਸਕਾਰ ਕਰਨਾ ਹੈ, ਕਹਿਣ ਅਸੀਂ ਦਫਨਾਉਣਾ ਹੈ ਮਹਾਰਾਜ ਦੇ ਸਰੀਰ ਨੂੰ। ਜਿਹੜੇ ਹਜ਼ੂਰੀ 'ਚ ਰਹਿਣ ਵਾਲੇ ਸਿੱਖ ਸੀ, ਉਹਨਾਂ ਨੇ ਝਗੜਾ ਸੁਣਿਆ, ਮਹਾਰਾਜ ਦੇ ਆਸਣ ਦੇ ਪਾਸ ਗਏ ਭਾਈ ਸਧਾਰਨ ਵਰਗੇ, ਤੇ ਜਦੋਂ ਚਾਦਰ ਚੁੱਕ ਕੇ ਉੱਤੋਂ ਵੇਖਿਆ ਤੇ ਮਹਾਰਾਜ ਦਾ ਪਾਵਨ ਸਰੀਰ ਹੀ ਨਹੀਂ ਹੈ। ਫਿਰ ਦੱਸਿਆ, ਭਾਈ ਤੁਸੀਂ ਕਾਹਦੇ ਵਾਸਤੇ ਝਗੜਾ ਕਰੀ ਜਾਂਦੇ ਹੋ? ਮਹਾਰਾਜ ਸਾਹਿਬ ਜੀ ਨੇ ਸਾਰਾ ਜੀਵਨ ਵੀ ਸੰਸਾਰ ਦੇ ਝਗੜੇ ਮਿਟਾਏ, ਤੇ ਹੁਣ ਵੀ ਮਹਾਰਾਜ ਸਾਹਿਬ ਜੀ ਇਹ ਝਗੜਾ ਮਿਟਾ ਦਿੱਤਾ ਹੈ। ਸਾਰਾ ਜੀਵਨ ਵੀ ਏਕਤਾ ਦਾ ਉਪਦੇਸ਼ ਦਿੱਤਾ, ਸਾਰੀ ਸ੍ਰਿਸ਼ਟੀ ਨੂੰ ਸਾਂਝਾ ਉਪਦੇਸ਼ ਦਿੱਤਾ, ਸਾਰਿਆਂ ਦੇ ਅੰਦਰੋਂ ਦੁਈ ਦਵੈਤ ਦੂਰ ਕੀਤੀ, ਸਾਰਿਆਂ ਨੂੰ ਇੱਕ ਪਰਮੇਸ਼ਰ ਨਾਲ ਜੋੜਿਆ, ਤੇ ਮਹਾਰਾਜ ਸਾਹਿਬ ਨੇ ਹੁਣ ਵੀ ਝਗੜਾ ਮਿਟਾ ਦਿੱਤਾ। ਸਤਿਗੁਰੂ ਸਣ ਦੇ ਹੀ ਸੱਚਖੰਡ ਚਲੇ ਗਏ। ਫਿਰ ਸਾਧ ਸੰਗਤ ਜੀ ਮਹਾਰਾਜ ਦੀ ਚਾਦਰ ਦੇ 2 ਟੁਕੜੇ ਕਰ ਲਏ, ਅੱਧਾ ਮੁਸਲਮਾਨਾਂ ਨੇ ਲੈ ਲਿਆ, ਅੱਧਾ ਇੱਧਰ ਲੈ ਲਿਆ। ਇਸ ਪ੍ਰਕਾਰ ਦੇ ਨਾਲ ਸਾਧ ਸੰਗਤ ਜੀ ਗਰੀਬ ਨਵਾਜ਼ ਸਾਹਿਬ ਸੱਚੇ ਪਾਤਸ਼ਾਹ ਅੱਜ ਦੇ ਦਿਨ ਮਹਾਰਾਜ ਸਾਹਿਬ ਜੀ ਸੱਚਖੰਡ ਪਿਆਨਾ ਕੀਤਾ, ਔਰ ਗੁਰਸਿੱਖਾਂ ਨੂੰ ਕਹਿ ਦਿੱਤਾ ਸੀ ਸਾਡੀ ਜੋਤ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਵਿੱਚ ਸੁਭਾਇਮਾਨ ਹੈ। ਸਤਿਗੁਰ ਮੇਰਾ ਸਦਾ ਸਦਾ ਨਾ ਆਵੈ ਨਾ ਜਾਏ, ਉਹ ਅਬਿਨਾਸੀ ਪੁਰਖ ਹੈ, ਸਭ ਮਹਿ ਰਹਿਆ ਸਮਾਏ। ਜਿੱਥੇ ਮਹਾਰਾਜ ਸਰਬ ਵਿਆਪਕ ਹੋ ਰਹੇ ਆ, ਉੱਥੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸਤਿਗੁਰਾਂ ਦੀ ਜੋਤ ਸ਼ਬਦ ਦੇ ਵਿੱਚ ਪ੍ਰਕਾਸ਼ਮਾਨ ਹੋ ਰਹੀ ਹੈ। ਸਤਿਗੁਰੂ ਜੀ ਦਾ ਅੱਜ 484 ਸਾਲਾ ਜੋਤੀ ਜੋਤ ਸਮਾਉਣ ਦਾ ਗੁਰਪੁਰਬ ਹੈ। ਤੋ ਮਹਾਰਾਜ ਸਾਹਿਬ ਜੀ ਦੇ ਚਰਨਾਂ 'ਚ ਰੋਮ ਰੋਮ ਕਰਕੇ ਸਵਾਸ ਸਵਾਸ ਨਮਸਕਾਰ ਹੈ। ਸਾਰੇ ਪ੍ਰੇਮ ਵਰੀ ਪ੍ਰੇਮ ਦੇ ਨਾਲ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰੀ ਲਾਈਏ ਜੀ। ਸਤਿਗੁਰ ਮੇਰਾ ਸਦਾ ਸਦਾ, ਸਤਿਗੁਰ ਮੇਰਾ ਸਦਾ ਸਦਾ, ਸਤਿਗੁਰ ਮੇਰਾ ਸਦਾ ਸਦਾ, ਸਤਿਗੁਰ ਮੇਰਾ ਸਦਾ ਸਦਾ। ਨਾ ਆਵੈ ਨਾ ਜਾਏ, ਨਾ ਆਵੈ ਨਾ ਜਾਏ, ਨਾ ਆਵੈ ਨਾ ਜਾਏ, ਨਾ ਆਵੈ ਨਾ ਜਾਏ। ਉਹ ਅਬਿਨਾਸੀ ਪੁਰਖ ਹੈ, ਉਹ ਅਬਿਨਾਸੀ ਪੁਰਖ ਹੈ, ਉਹ ਅਬਿਨਾਸੀ ਪੁਰਖ ਹੈ, ਉਹ ਅਬਿਨਾਸੀ ਪੁਰਖ ਹੈ। ਸਭ ਮਹਿ ਰਹਿਆ ਸਮਾਏ, ਸਭ ਮਹਿ ਰਹਿਆ ਸਮਾਏ, ਸਭ ਮਹਿ ਰਹਿਆ ਸਮਾਏ, ਸਭ ਮਹਿ ਰਹਿਆ ਸਮਾਏ। ਸੁਣੀ ਅਰਦਾਸ ਸੁਆਮੀ ਮੇਰਾ, ਸੁਣੀ ਅਰਦਾਸ ਸੁਆਮੀ ਮੇਰਾ, ਸੁਣੀ ਅਰਦਾਸ ਸੁਆਮੀ ਮੇਰੇ, ਸੁਣੀ ਅਰਦਾਸ ਸੁਆਮੀ ਮੇਰੇ। ਸਰਬ ਕਲਾ ਬਣ ਆਈ, ਸਰਬ ਕਲਾ ਬਣ ਆਈ, ਸਰਬ ਕਲਾ ਬਣ ਆਈ,
ਸਰਬ ਕਲਾ ਬਣ ਆਈ। ਪ੍ਰਗਟ ਭਾਈ ਸਗਲੇ ਜੁਗ ਅੰਤਰ, ਪ੍ਰਗਟ ਭਾਈ ਸਗਲੇ ਜੁਗ ਅੰਤਰ। ਪ੍ਰਗਟ ਭਈ ਸਗਲੇ ਜੁਗ ਅੰਤਰ, ਪ੍ਰਗਟ ਭਈ ਸਗਲੇ ਜੁਗ ਅੰਤਰ। ਗੁਰ ਨਾਨਕ ਕੀ ਵਡਿਆਈ, ਗੁਰ ਨਾਨਕ ਕੀ ਵਡਿਆਈ। ਗੁਰੂ ਨਾਨਕ ਕੀ ਵਡਿਆਈ, ਗੁਰੂ ਨਾਨਕ ਕੀ ਵਡਿਆਈ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇ ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਤੋ ਸਤਿਗੁਰੂ ਜੀ ਲੜੀਵਾਰ ਰੂਪ ਦੇ ਵਿੱਚ ਅੱਜ ਦਾ ਜੋ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, 1147 ਅੰਗ ਤੇ ਪੰਚਮ ਪਾਤਸ਼ਾਹ ਮਹਾਰਾਜ ਜੀ ਦੀ ਰਚਨਾ ਦਾ 39ਵਾਂ ਸ਼ਬਦ ਹੈ। ਭੈਰੋ ਰਾਗ ਦੇ ਅੰਦਰ ਜਿਵੇਂ ਮਹਾਰਾਜ ਸਾਹਿਬ ਜੀ ਕਿਰਪਾ ਕਰਦੇ ਹਨ, ਪ੍ਰੇਮ ਸਹਿਤ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਭੈਰੋ ਮਹੱਲਾ ਪੰਜਵਾ। ਭੈਰੋ ਰਾਗ ਹੈ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਦਾ 24ਵਾਂ ਰਾਗ ਹੈ। ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਚਾਰਨ ਕਰਦੇ ਹਨ। ਤੇਰੀ ਟੇਕ ਰਹਾ ਕਲ ਮਾਹੇ। ਇਹ ਪ੍ਰਭੂ ਤੇਰੀ ਟੇਕ ਦੇ ਆਸਰੇ ਤੇ ਮੈਂ ਕਲਯੁਗ ਦੇ ਵਿੱਚ ਰਹਿੰਦਾ ਹਾਂ। ਇਸ ਕਲਯੁਗ ਦੇ ਵਿੱਚ, ਇਸ ਕਲਪਨਾ ਵਾਲੇ ਯੁੱਗ ਦੇ ਵਿੱਚ ਤੇਰੀ ਟੇਕ ਦੇ ਆਸਰੇ ਰਹਿੰਦਾ ਹਾਂ। ਮੈਨੂੰ ਤੇਰੀ ਟੇਕ ਹੈ। ਤੋ ਸਾਧ ਸੰਗਤ ਜੀ, ਮਹਾਰਾਜ ਸਾਹਿਬ ਜੀ ਸਾਨੂੰ ਉਪਦੇਸ਼ ਦਿੰਦੇ ਹਨ ਕਿ ਭਾਈ ਸਭ ਤੋਂ ਵੱਡੀ ਟੇਕ ਵਾਹਿਗੁਰੂ ਦੀ ਟੇਕ ਹੈ। ਸਭ ਤੋਂ ਵੱਡਾ ਆਸਰਾ ਵਾਹਿਗੁਰੂ ਪਰਮੇਸ਼ਰ ਦਾ ਆਸਰਾ। ਇਸ ਕਰਕੇ ਵਾਰ-ਵਾਰ ਬਾਣੀ ਵਿੱਚ ਆਖਿਆ, ਧਰ ਜੀਅਰੇ ਇੱਕ ਟੇਕ ਤੂੰ, ਲਾਹੇ ਬਿਡਾਨੀ ਆਸ, ਨਾਨਕ ਨਾਮ ਧਿਆਈਐ, ਕਾਰਜ ਆਵੈ ਰਾਸ। ਸੋ ਇੱਕ ਵਾਹਿਗੁਰੂ ਪਰਮੇਸ਼ਰ ਦੀ ਟੇਕ ਲਓ, ਇੱਕ ਵਾਹਿਗੁਰੂ ਜੀ ਦਾ ਆਸਰਾ ਲਓ। ਮਹਾਰਾਜ ਸਾਹਿਬ ਜੀ ਕਹਿੰਦੇ ਠੀਕ ਹੈ, ਮਨੁੱਖ ਦੀ ਵੀ ਓਟ ਆਸਰਾ ਹੁੰਦਾ ਹੈ, ਪਰਿਵਾਰ ਦਾ ਵੀ ਹੁੰਦਾ ਹੈ, ਸੱਜਣਾ ਮਿੱਤਰਾਂ ਦਾ ਵੀ ਹੁੰਦਾ ਹੈ, ਪਰ ਮਨੁੱਖ ਫਿਰ ਵੀ ਮਨੁੱਖ ਹੀ ਹੈ ਨਾ। ਮਨੁੱਖ ਦਾ ਆਸਰਾ ਕੁਝ ਸੀਮਤ ਜਿਹੇ ਦਾਇਰੇ ਦੇ ਵਿੱਚ ਹੈ। ਸੱਜਣਾ ਮਿੱਤਰਾਂ ਦਾ ਆਸਰਾ ਜਿਹੜਾ ਹੈ ਉਹ ਇੱਕ ਦਾਇਰੇ ਦੇ ਵਿੱਚ ਹੈ। ਪਰਿਵਾਰ ਦਾ ਆਸਰਾ ਇੱਕ ਛੋਟੇ ਜਿਹੇ ਦਾਇਰੇ ਦੇ ਵਿੱਚ ਹੈ। ਪਰ ਜਿਹੜਾ ਵੱਡਾ ਆਸਰਾ ਹੈ, ਵੱਡੀ ਟੇਕ ਹੈ, ਉਹ ਤਾਂ ਪ੍ਰਮਾਤਮਾ ਦੀ ਟੇਕ ਹੈ। ਇਸ ਕਰਕੇ ਮਹਾਰਾਜ ਨੇ ਸਾਨੂੰ ਸਮਝਾਉਂਦਿਆਂ ਆਖਿਆ, ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨ, ਦੇਵਨ ਕਉ ਏਕੈ ਭਗਵਾਨ, ਜਿਸ ਕੈ ਦੀਐ ਰਹਿ ਅਗਾਏ, ਬਹੁਰ ਨਾ ਤ੍ਰਿਸ਼ਨਾ ਲਾਗੈ ਆਏ, ਮਾਰੈ ਰਾਖੈ ਏਕੋ ਆਪ, ਮਾਨੁਖ ਕੈ ਕਿਛ ਨਾਹੀ ਹਾਥ, ਇਸ ਕਾ ਹੁਕਮ ਬੂਝ ਸੁਖ ਹੋਏ, ਇਸ ਕਾ ਨਾਮ ਰਖ ਕੰਠ ਪਰੋਏ, ਸਿਮਰ 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 ਪ੍ਰਭ ਸੋਏ, ਨਾਨਕ ਬਿਗਨ ਨਾ ਲਾਗੈ ਕੋਈ। ਮਹਾਰਾਜ ਕਹਿੰਦੇ ਜੋ ਮਾਰਨ ਵਾਲਾ ਤੇ ਰੱਖਣ ਵਾਲਾ ਹੈ, ਉਸ ਦੀ ਟੇਕ ਲੈ ਨਾ ਭਾਈ। ਉਸ ਇੱਕ ਨੂੰ ਜਪ, ਏਕੋ ਜਪ ਏਕੋ ਸਾਲਾਹਿ, ਏਕ ਸਿਮਰ ਏਕੋ ਮਨ ਆਹਿ, ਏਕ ਏ ਗੁਣ ਗਾਓ ਅਨੰਤ, ਮਨ ਤਨ ਜਾਪ ਏਕ ਭਗਵੰਤ, ਏਕੋ ਏਕ ਏਕ ਹਰਿ ਆਪ, ਪੂਰਨ ਪੂਰ ਰਹਿਓ ਪ੍ਰਭ ਵਿਆਪ, ਅਨਕ ਵਿਸਥਾਰ ਏਕ ਤੇ ਭਏ, ਏਕ ਅਰਾਧ ਪ੍ਰਾਸ਼ਤ ਗਏ, ਮਨ ਤਨ ਅੰਤਰ ਏਕ ਪ੍ਰਭ ਰਾਤਾ, ਗੁਰ ਪ੍ਰਸਾਦ ਨਾਨਕ ਇੱਕ ਜਾਤਾ। ਪਰ ਗੁਰੂ ਕੀ ਕਿਰਪਾ ਦੇ ਨਾਲ ਇੱਕ ਜਾਣਿਆ ਜਾਂਦਾ। ਤੇਰੀ ਟੇਕ ਰਹਾ ਕਲ ਮਾਹੇ। ਇਹ ਪ੍ਰਭੂ ਇਸ ਕਲਯੁਗ ਦੇ ਵਿੱਚ ਮੈਂ ਤੇਰੀ ਟੇਕ ਦੇ ਆਸਰੇ ਤੇ ਤੇਰੀ ਟੇਕ ਰੱਖਦਾ ਹਾਂ, ਤੇਰੀ ਟੇਕ ਦੇ ਆਸਰੇ ਤੇ ਰਹਿੰਦਾ ਹਾਂ। ਤੇਰੀ ਟੇਕ ਤੇਰੇ ਗੁਣ ਗਾਹੇ। ਤੇਰੀ ਹੀ ਮੈਨੂੰ ਟੇਕ ਹੈ, ਤੇਰੀ ਟੇਕ ਹੀ ਮੇਰੀ ਰੱਖਿਆ ਕਰਨ ਵਾਲੀ ਹੈ। ਔਰ ਤੇਰੀ ਟੇਕ ਲੈ ਕੇ ਇਹ ਪ੍ਰਭੂ ਮੈਂ ਤੇਰੇ ਗੁਣ ਗਾਉਂਦਾ ਹਾਂ, ਗੁਣਾਂ ਨੂੰ ਗ੍ਰਹਿਣ ਕਰਦਾ ਹਾਂ। ਤੇਰੀ ਟੇਕ ਨਾ ਪੋਹੈ ਕਾਲ। ਤੇਰੀ ਟੇਕ ਲੈਣ ਦੇ ਨਾਲ ਕਾਲ ਨਹੀਂ ਹੋ ਸਕਦਾ।
ਜਿਹੜਾ ਕਾਲ ਸਾਰਿਆਂ ਦਾ ਹੀ ਕਾਲ ਕਰ ਦਿੰਦਾ, ਜਿਹੜਾ ਕਾਲ ਸਾਰਿਆਂ ਨੂੰ ਹੀ ਖਤਮ ਕਰ ਦਿੰਦਾ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਅੱਜ ਦੇ ਦਿਹਾੜੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸਿੱਖ ਸੰਗਤਾਂ ਜਦੋਂ ਹਜ਼ਾਰਾਂ ਦੀ ਗਿਣਤੀ 'ਚ ਮਹਾਰਾਜ ਦਾ ਦਰਸ਼ਨ ਕਰ ਰਹੀਆਂ ਸੀ, ਵੈਰਾਗ ਕਰ ਰਹੀਆਂ ਸਨ, ਸਤਿਗੁਰੂ ਕਹਿਣ ਲੱਗੇ, ਭਾਈ ਕਾਲ ਬੜਾ ਬਲੀ ਹੈ, ਇਸ ਨੇ ਸਾਰਿਆਂ ਦਾ ਭਖਣ ਕੀਤਾ ਔਰ ਸਮੇਂ ਦੇ ਨਾਲ ਕਾਲ ਸਾਰਿਆਂ ਨੂੰ ਖਾ ਜਾਂਦਾ। ਮਹਾਰਾਜ ਕਹਿੰਦੇ, ਜੋ ਕੋਈ ਦਿਸ ਰਿਹਾ ਹੈ ਨਾ, ਧਰਤੀ, ਆਕਾਸ਼, ਚੰਦ, ਸੂਰਜ, ਤਾਰੇ, ਇਹ ਸਭ ਕੁਝ ਨੂੰ ਕਾਲ ਸਮਾਪਤ ਕਰ ਦਿੰਦਾ, ਦੇਵੀ ਦੇਵਤਿਆਂ ਨੂੰ ਵੀ ਸਮਾਪਤ ਕਰ ਦਿੰਦਾ। ਤੇ ਜਿਹੜਾ ਕਾਲ ਹੈ, ਮਹਾਰਾਜ ਕਹਿੰਦੇ, ਉਸ ਚੇਤਨ ਵਿੱਚ ਲੀਨ ਹੋ ਜਾਂਦਾ। ਜਿਹੜਾ ਬ੍ਰਹਮ ਹੈ, ਬ੍ਰਹਮ ਦੇ ਨੇੜੇ ਨਹੀਂ ਜਾਂਦਾ ਕਾਲ। ਉਂਝ ਕਾਲ ਜਿਹੜਾ ਇਹਦਾ ਚੱਕਰ ਚੱਲਦਾ ਰਹਿੰਦਾ, ਕਾਲ ਦਾ ਚੱਕਰ। ਤੇ ਮਹਾਰਾਜ ਕਹਿੰਦੇ, ਜੇ ਕੋਈ ਆਖੇ ਵੀ ਕਾਲ ਦਾ ਸਰੂਪ ਕੀ ਹੈ, ਸਤਿਗੁਰੂ ਕਹਿੰਦੇ, ਕਾਲ ਦੀ ਮੂਰਤ ਨਹੀਂ ਹੈ ਕੋਈ। ਉਹ ਮੂਰਤ ਕਰਕੇ, ਸਰੂਪ ਕਰਕੇ, ਤਸਵੀਰ ਕਰਕੇ ਨਹੀਂ ਪਛਾਣਿਆ ਜਾਂਦਾ। ਤੇ ਮਹਾਰਾਜ ਕਹਿੰਦੇ ਵੀ ਜੇ ਕੋਈ ਆਖੇ ਵੀ ਕਾਲ ਨੂੰ ਕਿਵੇਂ ਸਮਝੀਏ, ਮਹਾਰਾਜ ਕਹਿੰਦੇ ਉਹ ਸਮੇਂ ਨਾਲ ਜਾਣਿਆ ਜਾਂਦਾ। ਵੀ ਘੜੀ ਹੈ, ਮਹੀਨੇ ਆ, ਸਾਲ ਆ, ਸਦੀਆਂ ਵਾ, ਇਸ ਤਰ੍ਹਾਂ ਕਾਲ ਨੂੰ ਜਾਣਿਆ ਜਾਂਦਾ, ਸਮਝਿਆ ਜਾਂਦਾ ਹੈ। ਵੀ ਅੱਜ ਕੱਲ੍ਹ ਦਾ ਜਿਵੇਂ ਸਮਾਂ ਹੈ, ਵੀ ਸਕਿੰਟ ਹੈ, ਮਿੰਟ ਹੈ, ਘੰਟੇ ਹਨ, ਤੇ ਪਿਛਲੇ ਸਮੇਂ 'ਚ ਘੜੀਆਂ ਦੇ ਨਾਲ ਸਮੇਂ ਨੂੰ ਗਿਣਿਆ ਜਾਂਦਾ ਸੀ। ਮਹਾਰਾਜ ਕਹਿੰਦੇ ਵੀ ਘੜੀਆਂ ਦੇ ਨਾਲ, ਮਹੀਨਿਆਂ ਦੇ ਨਾਲ, ਵੀ 1 ਮਹੀਨਾ, 2 ਮਹੀਨੇ, 12 ਮਹੀਨੇ, 12 ਮਹੀਨਿਆਂ ਦਾ ਸਾਲ ਹੈ, 100 ਸਾਲ ਦੀ ਸਦੀ ਹੈ, ਇਸ ਤਰ੍ਹਾਂ ਕਾਲ ਨੂੰ ਜਾਣਿਆ ਜਾਂਦਾ ਹੈ। ਤੇ ਜਿਵੇਂ ਕਾਲ, ਜਿਵੇਂ ਆ ਸਮੇਂ ਦਾ ਚੱਕਰ ਹੈ ਨਾ, ਗੇੜ ਹੈ, ਦਿਨ ਹੈ ਤੇ ਫਿਰ ਰਾਤ ਹੈ, ਫਿਰ ਦਿਨ ਹੈ, ਫਿਰ ਰਾਤ ਹੈ। ਅੱਜ ਜਿਵੇਂ ਘੜੀ ਦੀ ਸੂਈ ਘੁੰਮੀ ਜਾਂਦੀ ਹੈ, ਘੁੰਮੀ ਜਾਂਦੀ ਹੈ, ਇਹ ਕਾਲ ਦਾ ਚੱਕਰ ਜਿਹੜਾ ਇਹ ਚੱਲੀ ਜਾਂਦਾ ਹੈ। ਕਾਲ ਜਿਹੜਾ ਹੈ ਉਹ ਸਭ ਦਾ ਕਾਲ ਕਰੀ ਜਾਂਦਾ ਹੈ, ਪਰ ਮਨੁੱਖ ਸਮਝਦਾ ਨਹੀਂ ਹੈ। ਇਸ ਨੂੰ ਬਾਣੀ 'ਚ ਇਸ ਤਰ੍ਹਾਂ ਕਥਨ ਕੀਤਾ ਹੈ, ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਨੀ, ਛਿਨ ਛਿਨ ਔਤ ਵਿਹਾਤ ਹੈ, ਊਟੇ ਘਟ ਜਿਉ ਪਾਨ। ਇਹ ਘੜੀ ਦੀ ਸੂਈ ਜਿਹੜੀ ਚੱਲ ਰਹੀ ਹੈ, ਵੀ ਇੱਕ ਗੇੜਾ ਲੈ ਕੇ ਉੱਪਰ ਦੀ ਆ ਜਾਂਦੀ ਤੇ 1 ਮਿੰਟ ਹੋ ਗਿਆ, ਫਿਰ ਦੂਸਰਾ ਗੇੜਾ ਆ ਜਾਂਦਾ, ਇਹ ਵਾਰ-ਵਾਰ ਚੱਲੀ ਜਾਂਦੀ ਹੈ। ਇਹ ਇਕੱਲੀ ਘੜੀ ਨਹੀਂ ਘੁੰਮ ਰਹੀ, ਇਹ ਤੇ ਕਾਲ ਜਿਹੜਾ ਹੈ, ਇਹ ਜੀਵਾਂ ਦਾ ਕਾਲ ਚੱਲ ਰਿਹਾ ਹੈ, ਕਾਲ ਅੰਤ ਹੋ ਰਿਹਾ ਹੈ। ਤੇ ਮਹਾਰਾਜ ਕਹਿੰਦੇ ਵੀ ਇਹ ਕਾਲ ਇਸ ਤਰ੍ਹਾਂ ਸਮਝਿਆ ਜਾਂਦਾ ਹੈ, ਸਮੇਂ ਦੇ ਨਾਲ ਜਾਣਿਆ ਜਾਂਦਾ ਹੈ। ਕਾਲ ਐਸਾ ਪ੍ਰਬਲ ਹੈ, ਸਾਰਿਆਂ ਨੂੰ ਖਾ ਜਾਂਦਾ ਹੈ, ਰਾਜੇ ਨੂੰ, ਪ੍ਰਜਾ ਨੂੰ, ਧਰਤੀ ਨੂੰ, ਆਕਾਸ਼ ਨੂੰ, ਸੂਰਜ ਨੂੰ, ਚੰਦ ਨੂੰ। ਮਹਾਰਾਜ ਕਹਿੰਦੇ ਜਿਹੜਾ ਪ੍ਰਕਾਸ਼ ਦੇ ਰਿਹਾ ਨਾ ਸੂਰਜ, ਕਦੀ ਸਮਾਂ ਪਾ ਕੇ, ਕਾਲ ਪਾ ਕੇ, ਤੇ ਇਹ ਕਾਲੇ ਤਵੇ ਵਰਗਾ ਹੋ ਜਾਵੇਗਾ, ਇਹਦੇ ਚੋਂ ਵੀ ਪ੍ਰਕਾਸ਼ ਮੁੱਕ ਜਾਵੇਗਾ, ਕਦੀ ਚੰਦਰਮਾ ਵੀ ਪ੍ਰਕਾਸ਼ ਨਹੀਂ ਕਰੇਗਾ। ਇਹ ਜਿਹੜਾ ਕਾਲ ਹੈ, ਇਹ ਫਿਰ ਬ੍ਰਹਮ ਦੇ ਵਿੱਚ ਲੀਨ ਹੋ ਜਾਂਦਾ ਹੈ ਜਾ ਕੇ। ਤੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ, ਜਿਨ੍ਹਾਂ ਨੇ ਪ੍ਰਭੂ ਦੀ ਟੇਕ ਲੈ ਲਈ, ਤੇਰੀ ਟੇਕ ਨਾ ਪੋਹੈ ਕਾਲ। ਤੇਰੀ ਟੇਕ ਲੈਣ ਵਾਲਿਆਂ ਨੂੰ ਕਾਲ ਪੋਹ ਨਹੀਂ ਸਕਦਾ, ਬਾਕੀ ਸਾਰੀ ਦੁਨੀਆ ਨੂੰ ਮਾਰਦਾ। ਐਸੋ ਇਹੋ ਸੰਸਾਰ ਵੇਖਣਾ, ਰਹਿਣ ਨਾ ਕੋ ਪਈ ਹੈ ਰੇ। ਸੰਸਾਰ ਐਸਾ ਵੇਖਣ ਵਾਲਾ ਤਮਾਸ਼ਾ, ਇਹਦੇ 'ਚ ਕੋਈ ਵੀ ਨਹੀਂ ਰਹਿਣਾ ਪਾਉਂਦਾ, ਭਾਵੇਂ ਕੋਈ ਵੱਡਾ ਹੈ, ਭਾਵੇਂ ਛੋਟਾ ਹੈ। ਰਾਣਾ ਰਾਉ ਨਾ ਕੋਰ ਹੈ, ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ, ਕੋਈ ਨਾ ਬੰਧੈ ਧੀਰ। ਐਸੋ ਇਹੋ ਸੰਸਾਰ ਵੇਖਣਾ, ਰਹਿਣ ਨਾ ਕੋ ਪਈ ਹੈ ਰੇ। ਸੁਧੇ ਸੁਧੇ ਰੇਗ ਚਲੋ ਤੁਮ, ਨਤਾਰਕ ਧੱਕਾ ਦਿਵਾਈ ਹੈ ਰੇ। ਬਾਰੇ ਬੂਢੇ ਤਰੁਣੇ ਭਈਆ, ਬਚਪਨ ਵਾਲੇ ਨੂੰ ਵੀ, ਜਵਾਨੀ ਵਾਲੇ ਨੂੰ ਵੀ, ਬਿਰਧ ਅਵਸਥਾ ਵਾਲੇ ਨੂੰ ਵੀ ਕਾਲ ਲਈ ਜਾਂਦਾ। ਕਈਆਂ ਨੂੰ ਬਚਪਨ 'ਚ ਮਾਰ ਲੈਂਦਾ, ਕਈਆਂ ਨੂੰ ਜਵਾਨੀ 'ਚ, ਨਹੀਂ ਤੇ ਬਿਰਧ ਅਵਸਥਾ ਪੱਕੀ ਫਸਲ ਤੇ ਵੱਢ ਹੀ ਲੈਂਦਾ ਹੈ। ਬਾਰੇ ਬੂਢੇ ਤਰੁਣੇ ਭਈਆ, ਸਭਹੁ ਜਮ ਲੈ ਜਈ ਹੈ ਰੇ। ਮਾਨਸ ਬੱਕਰਾ ਮੂਸਾ ਕੀਨੋ, ਮੀਚ ਬਿਲਈਆ ਖਈ ਹੈ ਰੇ। ਧਨਵੰਤਾ ਅਰ ਨਿਰਧਨ ਮਨਈ, ਤਾਕੀ ਕਛੂ ਨਾ ਕਾਨੀ ਰੇ।
राजा प्रजा समकर मारै, ऐसो काल बडानी रे। राजे नूं ते प्रजा नूं बराबर मारदा है, ऐसा बल वाला काल है। किसे दी कान कनौड़ नहीं रखदा अमीर गरीब, धनवंता अर निर्धन मनई, ताकि कछु ना कानी रे। राजा प्रजा समकर मारै, ऐसो काल बडानी रे। हर के सेवक जो हर भाए, इनकी कथा निरारी रे। बाकी सब नूं बराबर मारदा, पर ਜਿਹੜੇ परमेश्वर दे जन ਉਹਨੂੰ भा गए, ਉਹਨਾਂ ਦੀ कथा संसार नालों ਵੱਖਰੀ। ਉਹਨਾਂ ਨੂੰ काल कोह नहीं सकदा जिन्हां ने तेरी प्रभु टेक लै लई। हर के सेवक जो हर भाए, इनकी कथा निरारी रे। आवह न जाहे न कबहू मरते, पार ब्रह्म संगारी रे। ਉਹ ਆਉਂਦੇ ਜਾਂਦੇ ਜੰਮਦੇ ਮਰਦੇ ਨਹੀਂ, ਜਿਹੜੇ ਪਾਰ ਬ੍ਰਹਮ ਦੇ ਸੰਗੀ ਬਣ ਗਏ। ਤੇਰੀ ਟੇਕ ਨਾ ਪੋਹੈ ਕਾਲ। हे प्रभु, तेरी टेक लैन करके जीव नूं काल नहीं पाउंदा, मौत नहीं मारदी है। भावें शरीर करके सब ने जाना है, पर इस काल दा, इस मौत दा उन्हां गुरमुखां दे उत्ते कोई प्रभाव नहीं है। एक राजे दे घर दे विच संतान नहीं हुंदी सी। साध संगत बड़े यतन कीते, ਤੇ ਫਿਰ ਕਿਸੇ ਜੋਤਸ਼ੀ ਤੋਂ ਉਸਨੇ ਪੁੱਛ ਲਿਆ, ਤੇ ਜੋਤਸ਼ੀ ਨੇ ਉਹਨੂੰ ਵਹਿਮ ਚ ਪਾ ਦਿੱਤਾ। ਰਾਜੇ ਦੁਨੀਆ ਚਲੀ ਜਾਂਦੀ ਹੈ ਜੋਤਸ਼ੀਆਂ ਕੋਲੇ, ਪਰ ਮਹਾਰਾਜ ਸਾਹਿਬ ਜੀ ਦਾ ਹੁਕਮ ਹੈ ਕਿ ਭਾਈ ਜਿਹੜਾ ਗੁਰੂ ਕਾ ਸਿੱਖ ਹੈ, ਉਹ ਗੁਰੂ ਕੇ ਚਰਨਾਂ ਦਾ ਹੀ ਓਟ ਆਸਰਾ ਲੈਂਦਾ ਹੈ। ਉਹ ਨਹੀਂ ਪੁੱਛਦਾ ਕਿਸੇ ਪੁੱਛਣਾ ਵਾਲੇ ਕੋਲੋਂ ਜਾਂ ਕਿਸੇ ਜੋਤਸ਼ੀ ਕੋਲੋਂ। ਗੁਰੂ ਦਾ ਸਿੱਖ ਨਹੀਂ ਜਾਂਦਾ। ਉਹ ਰਾਜਾ ਗਿਆ ਤੇ ਰਾਜੇ ਨੂੰ ਉਸਨੇ ਕਹਿ ਦਿੱਤਾ ਵੀ ਰਾਜਾ, ਤੇਰੇ ਘਰੇ ਪੁੱਤਰ ਹੋ ਸਕਦਾ, पर तेनू एक यतन करना पैना। उन्हें कहा जी केड़ा? कहन लगा, तेनू एक बच्चे की बलि देनी पैनी देवी दे अगे, काली देवी दे अगे बच्चे की बलि देनी पैनी। देखो कैसा पाप है कि अपने घर दे विच पुत्र प्राप्त करने वास्ते किसी का पुत्र मार देना। पर यह पाप है, घोर पाप है। राजा वजीरां दे नाल सलाह करन लगा, कहन लगा भी ये गल दसी है भी पुत्र प्राप्त हो सकदा ते बच्चे की बलि देनी पैनी। हुण मैनू बच्चा कौन देवेगा बलि देण वास्ते? वजीरां ने आख्या भी बड़े लोग आ संसार दे विच जिहड़े पैसे लैके अपने बच्चे भी वेच दिंदे, क्योंकि जिथे संसार विच पुन्नी लोग वा, धर्मी लोग आ, उत्थे पापियां दी भी गिणती कोई नहीं। असंख पापी पाप कर जा, असंख कूड़ेयार कूड़े फिरा। वजीरां ने आख्या जी होका दवा दो, कोई बच्चा वेच देवेगा तुहानू। राजे ने डौंडी पटवा दी, होका दवा दिता कि मैनू बच्चा चाहिदा है, कोई अपना बच्चा मैनू दे दवे ते मैं उसनूं मूँह मंगे पैसे दे दियांगा। एक ब्राह्मण ने अपना पुत्र जिहड़ा सी वो राजे नूं दे दिता, वेच दिता। राजे तो पैसे ले ले अपने पुत्र। उन्हें वेचिया क्यों? क्योंकि वह बच्चा धर्मी सी, रोज मंदिर जाता हुंदा सी। मंदिर जा करके उन्हें आराधना करनी। ते ब्राह्मण ने ख्याल किया भी ये घर का काम नहीं करता, ये रोज मंदिर जाके बैठा रहिंदा, चल इनू वेच ही देवां। उन्हें वेच दिता भी मेरे घर के काम नहीं आउंदा है, पैसे ले ले बच्चे दे। ते राजे ने जदों बच्चा खरीद लिया ते अपने वजीरां नूं आख्या, सिपाहियां नूं आख्या कि कल नूं इहदी बलि देवांगे देवी दे अगे, ते अज जो कुछ ये खाना पीना चाहुंदा है इस नूं खवाओ पियाओ। जिवें लोग साध संगत जी बकरियां दी बलि देंदे आ, कई छतरियां दी बलि देंदे आ, कई झोटियां दी पशुआं दी बलि दे देंदे। वो बलि देण वाले जिस चीज़ की बलि देनी हुंदी है ना, पहला उन्होंने बड़ा रजाउंदे आ चंगी तरह, ते बाद विच उहनूं वढ दिंदे आ, पाप खट लैंदे। तो इस प्रकार दे नाल वो बच्चे नूं आखण लगे भी जो कुछ ये खांदा पींदा इहनूं अज दी दिहाड़ी खवाओ, जिथे खेडना चाहुंदा इहनूं खिडाओ। वो सिपाही उसनूं दरिया के कंढे ते लै गए। बच्चा उत्थे दरिया के कंढे ते बैठा खेडन लगा। उन्हें ढेरियां बनाईयां, रेता दीयां ढेरियां, रेता ते खेडदे खेडदे ना ढेरियां ला लईयां। पहला एक ढेरी लाई,
फिर दूसरी लाई, फिर तीसरी लाई, फिर चौथी लाई। फिर पहली ढेरी दे कोले बैठा ते बड़ा रोया, रो के ते पहली ढेरी ढाती उन्हें। फिर दूजी ढेरी दे कोले बैठा, उत्थे बैठ के भी रोया, दूजी ढेरी भी ढाती। फिर तीसरी ढेरी दे कोले बैठा, रेता दी ढेरी ते तीसरी ढेरी भी ढाती। ते फिर चौथी ढेरी दे कोले बैठा, पहला रोया, फिर हसिया ते चौथी ढेरी उन्हें ना ढाई। ये सिपाहियां ने उहदा कौतक वेख्या। जदों राजे कोले आए ते राजे ने आख्या कि की कीता अज बच्चे ने, कित्थे लैके गए सी, की खेडिया। वो सिपाहियां ने सारी गलबात दसी। कहन लगे जी दरिया के कंढे ते रेता दी ढेर दे उत्ते जदों असीं बच्चे नूं लैके गए, उत्थे खेडदा रहा ते इन्हें 4 ढेरियां बनाईयां ते उत्थे अचरज गल इन्हें कीती। एक ढेरी कोले बह जांदा सी, रो पैंदा सी, उहनूं ढा दिंदा सी। दूजी कोले बहिंदा सी, रोंदा सी, ढाउंदा सी। तीजी कोले बैठा, उहनूं भी ढाया। चौथी कोले हसन लग पिया बैठ के। राजे ने पुछया भी ये की कीता बच्चे, तू दस। वो कहन लगा राजा भी तू मेरी बलि देनी आ, तू मेरे तो काहदे वास्ते पुछना। कहन लगा नहीं फिर भी दस तू बच्चे, ये तू की कीता। बच्चा कहन लगा जी जिहड़ी पहली ढेरी सी वो अपने मैं मां प्यो दी बनाई। पहली ढेरी, पहला आसरा, पहली टेक बच्चों नूं मां प्यो दी हुंदी है। मैं अपने मां प्यो दी ढेरी बनाई, उन्होंने पैसे लैके ते मैनूं वेच दिता वा तेरे कोले। मैं तां रोया भी मेरी तां ढेरी मां प्यो दी ढेरी भी नहीं है, मेरा आसरा मां प्यो भी नहीं है। उन्होंने मैनूं वेच दिता, मेरा मुल लै लिया। तां मैं रोया भी मैनूं मेरे मां प्यो बच्चों की रखिया करते हुंदे आ ते मेरे मां प्यो ने तां मैनूं मारन वास्ते वेच दिता। ढाती मैं ढेरी अपने माता पिता की। फिर दूजी ढेरी कोले राजे ने पुछया उत्थे कातों। उन्हें कहा राजा दूजी ढेरी मैं तेरी बनाई। कि जिहड़ा राजा हुंदा है वो अपनी प्रजा का राखा हुंदा, वो भी मां प्यो हुंदा प्रजा दा, राजा भी। ते राजा तू मेरी बलि देनी आ ते तेरा मैनूं काहदा आसरा, मैं तेरी प्रजा वां ते तेरा ते फर्ज वा, तेरा ते धर्म आ मेरी जान की रखिया ते तू मेरी बलि देनी। इस करके मैं तेरी ढेरी बनाई सी, तेरा आसरा भी मैनूं काहदा, तू मेरी बलि दे देनी। तेरी ढेरी भी मैं ढाती, तां मैं रोया। उन्हें कहा तीजी ढेरी कातों ढाई, उत्थे क्यों रोया। कहंदा तीजी ढेरी मैं बनाई आ देवी देवते दी ते तू मैनूं मेरी जिहड़ी बलि है वह देनी देवी दे अगे आ। ते जे देवी मेरे खून दी प्यासी आ ते फिर देवते दी भी मैनूं काहदी टेक होई, काहदा आसरा होया। मैं देवी देवतियां दी ढेरी बनाई सी ते तीसरी वो भी मैं ढा दित्ती कि जिहड़ी देवी मेरा खून मंगदी आ उन्हें मेरी की रखिया करनी है। मैं फिर तीसरी ढेरी भी ढा दित्ती ते उन्हें कहा चौथी। कहंदा चौथी ढेरी मैं बनाई वाहिगुरू दी। चौथी ढेरी बनाई है अकाल पुरख परमात्मा दी, जिन्हें सारी सृष्टि पैदा की। उत्थे मैं बैठ के तां हसिया कि मेरे मालका मैनू तेरा आसरा है, हुण होर तां किसे दा आसरा नहीं, ना मां प्यो दा आसरा, ना राजे दा आसरा, ना देवी देवते दा आसरा। हुण मैनू आसरा एक परमात्मा तेरा है। ते जे तू मेरे वल वा ना, जे तू चाहना है ते मेरे वाल भी विंगा नहीं कर सकदा राजा, जे मैनू तू बचाउणा है। ते जे तू ही चाहना है कि मैं इसे तरह ही मरना वा, मेरी बलि दित्ती जानी है, ते फिर मैनू कोई बचा नहीं सकदा। इस करके हुण मैं डोरियां परमात्मा ते सुट्टियां वा, हुण मैं आसरा वाहिगुरू जी दा लिया है। और असल विच जदों मनुख दे सारे आसरे टुटदे आ ना, बंदा असलीयत विच परमात्मा दा आसरा उदों ही लैंदा है। पहलों समझदा है भी शायद मेरा मां प्यो आसरा है, फिर कहंदा है भी मेरा कोई राजा आसरा है, कोई अमीर आसरा है, कोई होर आसरा है। पर जदों
ਜਾ ਕੋ ਮੁਸ਼ਕਲ ਅਤ ਬਣੇ ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾ ਸਾਖ ਭੇ ਭੱਜ ਖਲੇ, ਸਭੋ ਭੱਜੈ ਆਸਰਾ ਚੁੱਕੈ ਸਭ ਅਸਰਾਓ, ਚਿਤ ਆਵੇ ਉਸ ਪਾਰ ਬ੍ਰਹਮ ਲੱਗੈ ਨਾ ਤਤੀ ਵਾਓ। ਜੇ ਉਸ ਮੌਕੇ ਤੇ ਵੀ ਪਾਰ ਬ੍ਰਹਮ ਪਰਮੇਸ਼ਰ ਦਾ ਆਸਰਾ ਲੈ ਲਵੇ ਨਾ ਤਾਂ ਫਿਰ ਇਹਨੂੰ ਤਤੀ ਵਾਹ ਨਹੀਂ ਲੱਗਦੀ। ਜਦੋਂ ਰਾਜੇ ਨੇ ਇਹ ਗੱਲ ਸੁਣੀ, ਵਜ਼ੀਰਾਂ ਨੂੰ ਕਹਿਣ ਲੱਗਾ ਮੈਂ ਨਹੀਂ ਬਲੀ ਦੇਣੀ ਬੱਚੇ ਦੀ, ਮੇਰੇ ਤੋਂ ਨਹੀਂ ਇਹ ਪਾਪ ਕੀਤਾ ਜਾਵੇ। ਇੱਕ ਬੱਚੇ ਨੂੰ ਮੈਂ ਮਾਰਾਂ ਤੇ ਫਿਰ ਮੈਂ ਇੱਛਾ ਕਰਾਂ ਵੀ ਮੇਰੇ ਘਰ ਵਿੱਚ ਪੁੱਤਰ ਹੋ ਜਾਵੇਗਾ, ਇਹ ਕਿਹੜਾ ਨਿਆਂ ਫੈਸਲਾ ਹੈ। ਕਹਿੰਦਾ ਮੈਨੂੰ ਜੋਤਸ਼ੀ ਨੇ ਗਲਤ ਰਸਤੇ ਪਾ ਦਿੱਤਾ, ਮੇਰੇ ਤੋਂ ਪਾਪ ਕਰਵਾ ਦੇਣ ਲੱਗਾ ਸੀ ਜੋਤਸ਼ੀ। ਇਸ ਕਰਕੇ ਆ ਪੁੱਛਣਾ ਦੱਸਣਾ ਦੇਣ ਵਾਲਿਆਂ ਕੋਲੇ ਨਹੀਂ ਕਦੀ ਵੀ ਜਾਣਾ ਚਾਹੀਦਾ ਸਾਧ ਸੰਗਤ, ਇਹ ਪੁੱਠੇ ਰਾਹ ਪਾ ਦਿੰਦੇ, ਪਾਪ ਕਰਵਾ ਦਿੰਦੇ। ਰਾਜਾ ਕਹਿਣ ਲੱਗਾ ਮੈਂ ਨਹੀਂ ਬਲੀ ਦੇਵਾਂਗਾ। ਏਡਾ ਸਿਆਣਾ ਬੱਚਾ, ਏਡਾ ਸਿਆਣਾ ਬੱਚਾ, ਮੈਂ ਇਸੇ ਨੂੰ ਹੀ ਆਪਣਾ ਪੁੱਤਰ ਬਣਾ ਲੈਣਾ, ਇਹ ਮੇਰਾ ਪੁੱਤਰ ਵਾ। ਜਦੋਂ ਬਲੀ ਦੇਣੀ ਸੀ ਨਾ ਜਿਸ ਦਿਨ ਅਗਲੇ ਦਿਨ, ਤੇ ਰਾਜੇ ਨੇ ਹੋਕਾ ਦਵਾ ਦਿੱਤਾ, ਡੋਂਡੀ ਪਟਵਾ ਦਿੱਤੀ ਵੀ ਇਹੀ ਮੇਰਾ ਪੁੱਤਰ ਹੈ ਤੇ ਇਸੇ ਨੂੰ ਮੈਂ ਇਸ ਦਿਨ ਹੁਣ ਰਾਜ ਭਾਗ ਦਿਆਂਗਾ, ਰਾਜ ਸਿੰਘਾਸਨ ਤੇ ਬਿਠਾਵਾਂਗਾ। ਉਹ ਬੱਚੇ ਨੂੰ ਰਾਜ ਭਾਗ ਦੇ ਦਿੱਤਾ। ਆਪਾਂ ਵਿਚਾਰ ਕਰ ਰਹੇ ਹਾਂ ਪੰਜਵੇਂ ਪਾਤਸ਼ਾਹ ਦੀ ਇਸ ਪਵਿੱਤਰ ਪੰਕਤੀ ਦੀ, ਤੇਰੀ ਟੇਕ ਨਾ ਪੋ ਹੈ ਕਾਲ। ਇਹ ਪ੍ਰਮਾਤਮਾ ਜਿਨ੍ਹਾਂ ਨੇ ਤੇਰੀ ਟੇਕ ਲੈ ਲਈ ਉਹਨਾਂ ਨੂੰ ਕਾਲ ਵੀ ਪੋ ਨਹੀਂ ਸਕਦਾ ਹੈ, ਕਾਲ ਵੀ, ਮੌਤ ਵੀ ਉਹਨਾਂ ਨੂੰ ਮਾਰ ਨਹੀਂ ਸਕਦੀ ਹੈ। ਤੇਰੀ ਟੇਕ ਬਿਨਸੈ ਜੰਜਾਲ, ਤੇਰੀ ਟੇਕ ਲੈਣ ਵਾਲੇ ਦੇ ਸਾਰੇ ਮੋਹ ਦੇ ਜੰਜਾਲ ਖਤਮ ਹੋ ਜਾਂਦੇ ਹਨ। ਦੀਨ ਦੁਨੀਆ ਤੇਰੀ ਟੇਕ, हे ਪ੍ਰਭੂ ਲੋਕ ਤੇ ਪਰਲੋਕ ਵਿੱਚ ਸਾਨੂੰ ਤਾਂ ਤੇਰੀ ਹੀ ਟੇਕ ਹੈ, ਤੇਰਾ ਹੀ ਆਸਰਾ ਹੈ। ਸਭ ਮਹਿ ਰਵਿਆ ਸਾਹਿਬ ਏਕ, ਕਿਉਂਕਿ ਤੂੰ ਸਾਹਿਬ ਮਾਲਕ ਇੱਕੋ ਇੱਕ ਸਾਰਿਆਂ ਦੇ ਵਿੱਚ ਵਿਆਪਕ ਹੋ ਰਿਹਾ ਹੈ। ਰਹਾਉ ਵਿਸਰਾਮ ਦੇ ਕੇ ਕਿਰਪਾ ਕਰਦੇ ਹਨ। ਤੇਰੀ ਟੇਕ ਕਰੋ ਆਨੰਦ, ਤੇਰੀ ਟੇਕ ਲੈ ਕਰਕੇ ਅਸੀਂ ਆਨੰਦ ਧਾਰਨ ਕਰਦੇ ਹਾਂ। ਤੇਰੀ ਟੇਕ ਜਪੋ ਗੁਰ ਮੰਤਰ, ਤੇਰੀ ਟੇਕ ਦੇ ਆਸਰੇ ਤੇ ਗੁਰੂ ਸਾਹਿਬ ਜੀ ਦਾ ਬਖਸ਼ਿਆ ਹੋਇਆ ਗੁਰ ਮੰਤਰ ਜਪਦੇ ਆ। ਵਾਹਿਗੁਰੂ ਜੀ, ਜੋ ਵਾਹਿਗੁਰੂ ਗੁਰ ਮੰਤਰ ਗੁਰੂ ਸਾਹਿਬ ਜੀ ਨੇ ਦਿੱਤਾ ਹੈ, ਤੇਰੀ ਟੇਕ ਤੇਰੇ ਆਸਰੇ ਦੇ ਨਾਲ ਅਸੀਂ ਜਪਦੇ ਹਾਂ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜਿੱਥੇ ਆਪ ਸਭ ਤੋਂ ਵੱਡੇ ਹਨ। ਅੱਜ ਸਤਿਗੁਰੂ ਜੀ ਦਾ 484 ਸਾਲਾ ਜੋਤੀ ਜੋਤ ਸਮਾਉਣ ਦਾ ਗੁਰਪੁਰਬ ਹੈ। ਉੱਥੇ ਮਹਾਰਾਜ ਸਾਹਿਬ ਜੀ ਨੇ ਵੱਡੀਆਂ ਬਖਸ਼ਿਸ਼ਾਂ ਕੀਤੀਆਂ ਸੰਸਾਰ ਦੇ ਉੱਤੇ। ਕੀਰਤਨ ਦੀ ਵੱਡੀ ਬਖਸ਼ਿਸ਼ ਕੀਤੀ, ਬਾਣੀ ਦੀ ਵੱਡੀ ਬਖਸ਼ਿਸ਼ ਕੀਤੀ, ਸਤ ਸੰਗਤ ਕਾਇਮ ਕੀਤੀ। ਸਤਿਗੁਰੂ ਨਾਨਕ ਸਾਹਿਬ ਜੀ ਨੇ ਵੱਡੀ ਬਖਸ਼ਿਸ਼ ਕੀਤੀ। ਜਿੱਥੇ ਆਪ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ, ਉੱਥੇ ਗੁਰੂ ਸਾਹਿਬ ਜੀ ਦਾ ਦਿੱਤਾ ਹੋਇਆ ਮੂਲ ਮੰਤਰ ਵੀ ਸਾਰੇ ਮੰਤਰਾਂ ਤੋਂ ਵੱਡਾ ਹੈ। ਮੂਲ ਮੰਤਰ ਦੇ ਬਰਾਬਰ ਦੁਨੀਆ 'ਚ ਕੋਈ ਮੰਤਰ ਨਹੀਂ ਹੈ ਸਾਧ ਸੰਗਤ। ਜਿਹੜਾ ਮੂਲ ਮੰਤਰ ਦਾ ਅਭਿਆਸ ਕਰ ਲੈਂਦਾ ਹੈ ਉਸ ਮਨੁੱਖ ਦੇ ਉੱਤੇ ਕੋਈ ਮੰਤਰ, ਕੋਈ ਜਾਦੂ, ਕੋਈ ਟੂਣਾ ਨਹੀਂ ਚੱਲਦਾ। ਇਸ ਕਰਕੇ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਮੂਲ ਮੰਤਰ ਰਾਜਾ ਮੰਤਰ ਹੈ, ਸਾਰੇ ਮੰਤਰਾਂ ਦਾ ਰਾਜਾ ਹੈ। ਤੇ ਗੁਰ ਮੰਤਰ ਸਾਧ ਸੰਗਤ ਜੀ ਮਹਾਰਾਜ ਸਾਹਿਬ ਜੀ ਦਾ ਸਭ ਤੋਂ ਵੱਡਾ ਮੰਤਰ ਹੈ, ਮੂਲ ਮੰਤਰ ਤੇ ਗੁਰ ਮੰਤਰ। ਤੇ ਇੱਕ ਵਾਰੀ ਵਾਹਿਗੁਰੂ ਕਹਿ ਲਈਏ ਤੇ ਕਿੰਨਾ ਕੁ ਫਲ ਪ੍ਰਾਪਤ ਹੋ ਜਾਂਦਾ ਹੈ। ਸਾਧ ਸੰਗਤ ਜੀ ਮਹਾਰਾਜ ਸਾਹਿਬ ਜੀ ਨੇ ਆਪ ਆਰਾਧਨਾ ਕਰਕੇ ਵਾਹਿਗੁਰੂ ਸ਼ਬਦ ਦੀ ਫਿਰ ਸਿੱਖਾਂ ਦੀ ਝੋਲੀ 'ਚ ਪਾਇਆ। ਫਿਰ ਸੰਸਾਰ ਨੂੰ ਇਹ ਮਹਾਰਾਜ ਨੇ ਗੁਰ ਮੰਤਰ ਬਖਸ਼ਿਆ। ਜੈਸੇ 68 ਤੀਰਥ ਪਰਸ ਕੀਓ ਜੁਗ ਚਾਰ ਚਰਿਓ ਕੈਲਾਸ ਰਹਿਓ। ਜਿਵੇਂ ਕੋਈ 68 ਤੀਰਥਾਂ ਦੀ ਯਾਤਰਾ ਕਰ ਲਵੇ, 4 ਯੁਗ ਕੈਲਾਸ਼ ਤੇ ਜਾ ਕੇ ਚੌਂਕੜੀ ਲਾ ਕੇ ਤਪੱਸਿਆ ਕਰ ਲਵੇ। ਜੈਸੇ ਕੋਟ ਬਰਸ ਤਪ ਉਰਧ ਮੁਖੀ ਬੈ ਸੰਤਰ ਮੇ ਤਨ ਦਾਹ ਦਇਓ। ਜਿਵੇਂ ਕੋਈ ਕਰੋੜਾ ਸਾਲ ਉੱਠਾ ਲਟਕ ਕੇ ਤਪ ਕਰੇ ਤੇ ਅਖੀਰ ਨੂੰ ਅੱਗ ਦੇ ਵਿੱਚ ਆਪਣੇ ਸਰੀਰ ਨੂੰ ਹਵਨ ਕਰ ਦਵੇ, ਆਪਣੇ ਸਰੀਰ ਨੂੰ ਸਾੜ ਦਵੇ। ਜੈਸੇ ਕੋਟ ਬਰਸ ਤਪ ਉਰਧ ਮੁਖੀ ਬੈ ਸੰਤਰ ਮੇ ਤਨ ਦਾਹ ਦਇਓ। ਜੈਸੇ ਲੱਖ ਬਾਰ ਕੁਰਸ਼ੇਤਰ ਮੇ ਅਸਮੇਧ ਜਗ ਅਭੰਗ ਠਇਓ। ਜਿਵੇਂ ਕੁਰਸ਼ੇਤਰ ਦੀ ਧਰਤੀ ਤੇ ਲੱਖਾਂ ਵਾਰੀ ਕੋਈ ਅਸਮੇਧ ਜਗ ਇੱਕ ਰਸ ਕਰੇ ਤੇ ਜੋ ਫਲ ਇਹਨਾਂ ਸਾਰਿਆਂ ਨੂੰ ਮਿਲਣਾ ਹੈ ਨਾ, ਇਹ ਕਿਰਿਆਵਾਂ ਕਰਨ ਵਾਲਿਆਂ ਨੂੰ, ਇਹਨਾਂ ਨਾਲੋਂ ਵੀ ਵਧੇਕ ਭਾਈ ਗੁਰਦਾਸ ਸਾਹਿਬ ਕਹਿੰਦੇ ਪੁਨਿ ਅੰਮ੍ਰਿਤ ਨਾਮ ਵਿਸ਼ੇਸ਼ ਇਤੀ ਜਿਨ ਏਕ ਬਾਰ ਸ੍ਰੀ ਵਾਹਿਗੁਰੂ ਕਹਿਓ। ਜਿਸ ਨੇ ਇੱਕ ਵਾਰੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਗੁਰ ਮੰਤਰ ਬਖਸ਼ਿਆ ਹੋਇਆ ਉਚਾਰਨ ਕੀਤਾ ਰਸਨਾ ਤੋਂ, ਉਹਨੂੰ ਏਡਾ ਵੱਡਾ ਫਲ ਪ੍ਰਾਪਤ ਹੋ ਜਾਂਦਾ। ਸਭ ਸੰਗਤ ਇੱਕ ਵਾਰੀ ਕਹੋ ਜੀ ਪ੍ਰੇਮ ਨਾਲ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੇ ਗੁਰੂ ਸਾਹਿਬ ਮਹਾਰਾਜ ਜੀ ਉਚਾਰ ਰਹੇ ਹੈ, ਪ੍ਰਭੂ ਤੇਰੀ ਟੇਕ ਦੇ ਨਾਲ
ਅਸੀਂ ਗੁਰੂ ਕਾ ਮੰਤਰ ਜਪਦੇ ਹਾਂ। ਤੇਰੀ ਟੇਕ ਤਰੀਏ ਭਉ ਸਾਗਰ। ਇਹ ਪ੍ਰਭੂ ਤੇਰੀ ਟੇਕ ਲੈ ਕਰਕੇ ਇਹ ਸੰਸਾਰ ਸਾਗਰ ਤੋਂ ਤਰਨਾ ਹੁੰਦਾ ਹੈ। ਰਾਖਣ ਹਾਰ ਪੂਰਾ ਸੁਖ ਸਾਗਰ। ਤੇ ਆਪ ਰੱਖਿਆ ਕਰਨ ਵਾਲੇ ਹੋ, ਪੂਰੇ ਸੁੱਖਾਂ ਦੇ ਸਮੁੰਦਰ ਹੋ। ਤੇਰੀ ਟੇਕ ਨਾਹੀ ਭਉ ਕੋਇ। ਤੇਰੀ ਟੇਕ ਲੈਣ ਵਾਲੇ ਨੂੰ ਕਿਸੇ ਪ੍ਰਕਾਰ ਦਾ ਭਉ ਨਹੀਂ ਕੋਈ ਰਹਿੰਦਾ, ਡਰ ਨਹੀਂ ਰਹਿੰਦਾ ਹੈ। ਅੰਤਰਜਾਮੀ ਸਾਚਾ ਸੋਏ। ਆਪ ਅੰਦਰ ਦੀ ਜਾਣਨ ਵਾਲੇ ਅੰਤਰਜਾਮੀ ਹੋ ਤੇ ਸੱਚੇ ਹੋ ਤੇ ਸੋਭਾ ਵਾਲੇ ਹੋ। ਤੇਰੀ ਟੇਕ ਤੇਰਾ ਮਨ ਤਾਣ। ਸਰੀਰ ਕਰਕੇ ਸਾਨੂੰ ਤੇਰੀ ਟੇਕ ਹੈ, ਮਨ ਕਰਕੇ ਤੇਰਾ ਹੀ ਤਾਣ ਬਲ ਹੈ। ਇਹਾਂ ਉਹਾਂ ਤੂੰ ਦੀਵਾਨ। ਲੋਕ ਤੇ ਪ੍ਰਲੋਕ ਵਿੱਚ ਤੂੰ ਹੀ ਸਾਡਾ ਆਸਰਾ ਹੈ। ਤੇਰੀ ਟੇਕ ਤੇਰਾ ਪਰਵਾਸਾ। ਤੇਰੀ ਸਾਨੂੰ ਟੇਕ ਹੈ ਲੋਕ ਵਿੱਚ, ਤੇਰਾ ਸਾਨੂੰ ਪ੍ਰਵਾਸਾ ਹੈ ਪ੍ਰਲੋਕ ਵਿੱਚ। ਤੇਰਾ ਹੀ ਭਰੋਸਾ ਹੈ, ਤੇਰਾ ਹੀ ਆਸਰਾ ਹੈ। ਸਗਲ ਧਿਆਵਹਿ ਪ੍ਰਭ ਗੁਣ ਤਾਸਾ। ਸਾਰੇ ਜੀਵ ਆਪ ਜੀ ਨੂੰ ਧਿਆਉਂਦੇ ਹਨ। ਇਹ ਪ੍ਰਭੂ ਆਪ ਗੁਣਾਂ ਦੇ ਖਜ਼ਾਨੇ ਹੋ। ਜਪ ਜਪ ਆਨੰਦ ਕਰਹਿ ਤੇਰੇ ਦਾਸਾ। ਤੇਰੇ ਦਾਸ ਆਪ ਜੀ ਦੇ ਤਾਈਂ ਜਪ ਜਪ ਕੇ ਆਨੰਦ ਪ੍ਰਾਪਤ ਕਰਦੇ ਹਨ। ਸਿਮਰ ਨਾਨਕ ਸਾਚੇ ਗੁਣ ਤਾਸਾ। ਸਾਰੇ ਕਹਿੰਦੇ ਭਾਈ ਸਿਮਰਨ ਕਰ ਉਸ ਸੱਚੇ ਗੁਣਾਂ ਦੇ ਖਜ਼ਾਨੇ ਦਾ। ਅਸੀਂ ਵੀ ਭਾਈ ਉਸ ਸੱਚੇ ਗੁਣਾਂ ਦੇ ਖਜ਼ਾਨੇ ਪ੍ਰਭੂ ਪਰਮੇਸ਼ਰ ਵਾਹਿਗੁਰੂ ਜੀ ਨੂੰ ਸਿਮਰਦੇ ਹਾਂ। ਮਾਰੇ ਕਹਿੰਦੇ ਤੂੰ ਵੀ ਜੀ ਸਿਮਰ ਸੱਚੇ ਗੁਣਾਂ ਦੇ ਖਜ਼ਾਨੇ ਨੂੰ, ਫਿਰ ਆਨੰਦ ਦੀ ਪ੍ਰਾਪਤੀ ਹੋਵੇਗੀ। ਤੋ ਸਤਿਗੁਰੂ ਜੀ ਨੇ ਪਾਵਨ ਪਵਿੱਤਰ ਉਪਦੇਸ਼ ਬਖਸ਼ਿਆ। ਅਗਾਧ ਬੋਧ ਗੁਰੂ ਕੀ ਬਾਣੀ ਦੀ ਵਿਚਾਰ ਸਾਂਝੀ ਕਰਦੇ ਹਾਂ। ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਮਹਾਰਾਜ ਸਾਹਿਬ ਜੀ ਦੀ ਟੇਕ ਸਾਡੇ ਹਿਰਦੇ ਵਿੱਚ ਪ੍ਰਾਪਤ ਹੋਵੇ ਔਰ ਅਸੀਂ ਐਸੀ ਭਾਵਨਾ ਰੱਖੀਏ। ਸਗਲ ਦੁਆਰ ਕਉ ਛਾੜ ਕੈ ਗਹਿਓ ਤੁਹਾਰੋ ਦੁਆਰ। ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਅਖੀਰਲੀਆਂ ਪੰਕਤੀਆਂ ਦਾ ਜਾਪ ਕਰੀਏ ਜੀ। ਜਪ ਜਪ ਆਨੰਦ ਕਰਹਿ ਤੇਰੇ ਦਾਸਾ। ਸਿਮਰ ਨਾਨਕ ਸਾਚੇ ਗੁਣ ਤਾਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।